एक श्रोमणी अकाली दल ने लुधियाना दे विच एक तरह का प्रोटेस्ट खड़ा किया। रवनीत सिंह बिट्टू होरां दे लापता होने के जिहड़े पोस्टर लाए गए ने, यूथ अकाली दल वालों पोस्टर लाए गए ने ते इल्जाम है ये लाया जा रहा है कि जद लोग महामारी दे नाल करोना महामारी दे नाल मर रहे ने तां ओह लापता ने। कि रवनीत सिंह बिट्टू लुधियाना तो कांग्रेस पार्टी के संसद मैंबर ने ते अकाली दल इल्जाम ला रहा कि लगातार गायब सोचे दिखे इंसान ਉਹ ਹੁੰਦਾ ਦੋਸਤ ਉਹ ਹੁੰਦਾ ਜਿਹੜਾ ਔਖੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਆ ਕੇ ਖੜ ਜਵੇ। ਪਰ ਰਵਨੀਤ ਸਿੰਘ ਬਿੱਟੂ ਨੇ ਬਿਲਕੁਲ ਸ਼ਰਮ ਲਾਈ ਹੋਈ ਹੈ। ਕਾਂਗਰਸ ਦਾ ਐਮਪੀ ਹੈ, 8 ਸਾਲ ਤੋਂ ਲੁਧਿਆਣੇ ਦੀ ਧਰਤੀ ਤੇ ਐਮਪੀ ਦਾ ਅਹੁਦੇ ਤੇ ਬੈਠਾ ਹੋਇਆ। ਇੱਕ ਵੱਡਾ ਸਵਾਲ ਹੈ ਇਹ ਦੇਖੋ, ਸਭ ਨੂੰ ਪਤਾ ਹੈ ਕਿ ਲਗਾਤਾਰ ਰਵਨੀਤ ਬਿੱਟੂ ਹੋਣ, ਚਾਹੇ ਉਹ ਗੁਰਜੀਤ ਔਜਲਾ ਹੋਣ, ਕੁਲਵੀਰ ਜੀਰਾ ਹੋਣੀ ਹੋਣ ਤੇ ਡਿੰਪਾ ਹੋਣੀ ਹੋਣ, ਉਹ ਲਗਾਤਾਰ ਜੰਤਰ ਮੰਤਰ ਤੇ ਆਪਣੇ ਜਿਹੜਾ खेती कानूनों के खिलाफ कांग्रेस के एमपीज का जो धरना उत्थे डटे हुए हैं। पर यह नहीं है कि 12 महीने 30 दिन उत्थे ही रवनीत बिट्टू रहते हैं। कि इस करोना काल की घड़ी जिथे समुचे पंजाबी अपनी सेवा च मशहूर है, उत्थे ये लोग अपनी सियासत करने के लगे। मैं पूछना चाहना रवनीत सिंह बिट्टू नूं, करोना काल की घड़ी के आप लुक के क्यों बैठे हुए हैं? अज लोगों को जरूरत है, अज तुसीं आके चैक करते कितने ऑक्सीजन की कमी है, कितने वेंटिलेटर की कमी है, कितने बैडा की कमी है, किद्दां इंतजाम किया जा सकता। ये बार बार कहते कि एक काम मेरा नहीं, ये काम प्रशासन का। तो मैं पूछना चाहना जे इन्हों के काम प्रशासन का, फिर बिट्टू जी की लोड़ की? सानू एमपी इहो जिहे एमपी की कोई लोड़ नहीं जिहड़ा औखी घड़ी 'च लोगों को लवारस छड़ जाए। अज पंजाब जवाब मंगदा, अज खास करके लुधियाना जवाब मंगदा। ਜਿਹੜੇ ਲੁਧਿਆਣੇ ਦੇ ਲੋਕਾਂ ਨੇ ਇਹਨੂੰ ਜਿੱਤ ਕੇ ਟਾਇਆ ਸੀ, ਪਰ ਆਉਣ ਵਾਲੇ ਟਾਈਮ 'ਚ ਇਹ ਆਏਗਾ, ਇਹ ਆਊਗਾ। ਇਹਨੂੰ ਜਦੋਂ ਪਤਾ ਲੱਗੂਗਾ ਸਿਆਸਤ ਕਰਨ ਲਈ ਆਊਗਾ ਤੇ ਇਹ ਲੋਕਾਂ ਨੂੰ ਵੋਟਾਂ ਮੰਗਣ ਲਈ ਆਊਗਾ। 2022 ਦੇ ਵਿੱਚ ਵੋਟਾਂ ਮੰਗਣ ਹੋਗਾ, 2023 'ਚ ਵੋਟਾਂ ਮੰਗਣ। ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਦਾ ਜਵਾਬ ਹੁਣ ਲੋਕ ਮੰਗਣ। सत श्री अकाल दोस्तों, तुसीं देख रहे हो चैनल पंजाबी ते ग्लोबल पंजाब टीवी। लाइव टॉक प्रोग्राम दे विच हार्दिक स्वागत है। जिवें कि तुहानूं पता है कि प्रोग्राम मंगलवार तो शुक्रवार शामी 7 बजे तो लैके 8 बजे तक लाइव टैलीकास्ट किया जाता, जिस दे विच तुसीं ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਆ ਜਿਹੜੀ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਰਾਬਤਾ ਕਾਇਮ ਕਰਨ ਲਈ ਹੁਣ ਤੋਂ ਕਰੀਬ 1 ਘੰਟੇ ਤੱਕ ਨੰਬਰ ਨੇ ਜਿਹੜੇ ਉਹ ਟੀਵੀ ਸਕਰੀਨ ਉੱਤੇ ਜਿਹੜੇ ਨੰਬਰ ਨੇ ਉਹ ਲਗਾਤਾਰ ਫਲੈਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ YouTube ਉੱਤੇ ਵੀ ਕਮੈਂਟ ਕਰਕੇ ਆਪਣੀ ਰਾਏ ਆ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਜਿਹੜੇ ਵੱਡੇ ਮੁੱਦੇ ਨੇ, ਕਈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ, ਕੁਝ ਕਾਂਗਰਸ ਪਾਰਟੀ ਨਾਲ ਤੇ ਕੁਝ ਆਮ ਆਦਮੀ ਪਾਰਟੀ ਨਾਲ ਤੇ ਕੁਝ ਨੇ ਵਿਦੇਸ਼ਾਂ ਦੇ ਵਿੱਚ ਤਸ਼ੱਦਦ ਹੋ ਰਹੀਆਂ ਕੁੜੀਆਂ ਦੇ ਨਾਲ ਜੁੜੇ ਹੋਏ ਨੇ। ਪਰ ਇਹਨਾਂ ਤੇ ਵਿਸਤਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਚੱਲਦੇ ਆ ਮੇਰੇ ਸਹਿਯੋਗੀ ਰਾਓ ਬਰਿੰਦਰ ਜੀ ਕੋਲ। ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਅਤੇ ਨਾਲ ਦੀ ਨਾਲ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਲਾਈਵ ਪ੍ਰੋਗਰਾਮ ਲਾਈਵ ਟਾਕ ਦੇ ਵਿੱਚ। ਮੈਂ ਰੌਬਰਿੰਦਰ ਸਿੰਘ ਤੇ ਇਸ ਵੇਲੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਚੈਨਲ ਪੰਜਾਬੀ ਤੇ ਦੇਖ ਰਹੇ ਹੋ ਤੇ ਚੈਨਲ ਪੰਜਾਬੀ ਦੇ ਫੇਸਬੁੱਕ ਪੇਜ ਉੱਤੇ ਵੀ ਜਾ ਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਜੁੜ ਸਕਦੇ ਹੋ ਤੇ ਨਾਲ ਦੀ ਨਾਲ ਚੈਨਲ ਪੰਜਾਬੀ ਦੇ YouTube ਚੈਨਲ ਤੇ ਵੀ ਤੁਸੀਂ ਇਸ ਵੇਲੇ ਸਾਡੇ ਨਾਲ ਜੁੜ ਸਕਦੇ ਹੋ ਜੀ। ਤੇ ਜਿਹੜੇ ਅਮਰੀਕਾ ਦੇ ਸਾਡੇ ਦਰਸ਼ਕ ਨੇ ਉਹਨਾਂ ਦੇ ਲਈ ਖਾਸ ਤੌਰ ਤੇ ਸਾਡਾ ਇਹ ਲਾਈਵ ਟਾਕ ਪ੍ਰੋਗਰਾਮ ਗਲੋਬਲ ਪੰਜਾਬ ਟੀਵੀ ਤੇ ਇਸ ਵੇਲੇ ਪ੍ਰਕਾਸ਼ਿਤ ਕੀਤਾ ਜਾ ਰਿਹਾ। ਸੋ ਤੁਸੀਂ ਅਮਰੀਕਾ ਦੇ ਜਿਹੜੇ ਦਰਸ਼ਕ ਨੇ ਉਹ ਵੀ ਸਾਡੇ ਨਾਲ ਗਲੋਬਲ ਪੰਜਾਬ ਟੀਵੀ ਦੇ ਰਾਹੀਂ ਜੁੜ ਸਕਦੇ ਨੇ। ਸੋ ਜਿਹੜੇ ਦਰਸ਼ਕ ਸਾਨੂੰ ਕਾਲ ਕਰਨੀ ਚਾਹੁੰਦੇ ਨੇ ਜੀ ਉਹ ਸਾਨੂੰ ਕਾਲ ਵੀ ਕਰ ਸਕਦੇ, ਤੇ ਜਿਹੜੇ ਸਾਨੂੰ ਕਮੈਂਟ ਕਰਨਾ ਚਾਹੁੰਦੇ ਆ ਉਹ ਇਹਨਾਂ ਮਾਧਿਅਮਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਸਾਡੇ ਤੱਕ ਆਪਣੇ ਜਿਹੜੇ ਸੰਦੇਸ਼ ਨੇ ਉਹ ਕਮੈਂਟਾਂ ਦੇ ਰੂਪ ਦੇ ਵਿੱਚ ਪਹੁੰਚਾ ਸਕਦੇ ਨੇ। ਤੇ ਕਾਲ ਕਰਨ ਦੇ ਲਈ ਨੰਬਰ ਨੋਟ ਕਰ ਲਓ ਜੀ। ਜਿਹੜੇ ਭਾਰਤ ਦੇ ਦਰਸ਼ਕ ਨੇ ਜੀ ਉਹ ਸਾਨੂੰ ਕਾਲ ਕਰਨ ਸਾਡੇ ਨੰਬਰ 88 888 ਤੇ। ਤੇ ਜਿਹੜੇ ਦਰਸ਼ਕ ਸਾਡੇ ਭਾਰਤ ਤੋਂ ਬਾਹਰ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਦੇ ਵਿੱਚ ਬੈਠ ਕੇ ਸਾਨੂੰ ਕਾਲ ਕਰਨੀ ਚਾਹ ਰਹੇ ਨੇ ਉਹਨਾਂ ਦੇ ਲਈ ਸਾਡਾ ਨੰਬਰ ਹੈ ਜੀ 888 923 2656। ਸੋ ਇਹਨਾਂ ਦੋਨਾਂ ਹੀ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਨੂੰ ਖੁਸ਼ੀ ਹੋਏਗੀ ਕਿ ਤੁਸੀਂ ਜੇ ਆਪਣੇ ਵਿਚਾਰ ਸਾਡੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰੋਗੇ। ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਵਿਸਥਾਰ ਵੱਲ ਵਧੀਏ, ਇੱਕ ਵਾਰ ਮੁੜ ਕੇ ਵਾਪਸ ਚੱਲਦੇ ਆ ਸੁਖਵਿੰਦਰ ਸਿੰਘ ਦੇ ਵੱਲ। ਜੀ ਰਾਓ ਜੀ, ਜੇਕਰ ਅੱਜ ਦੇ ਵੱਡੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਵਿੱਚ ਇੱਕ ਤਰ੍ਹਾਂ ਦਾ प्रोटेस्ट खड़ा किया, जिस ते वो है रवनीत सिंह बिट्टू होरां दे खिलाफ लुधियाना तो संसद मैंबर ने
ਲਗਾਤਾਰ ਦੂਜੀ ਵਾਰ ਜਿਹੜਾ ਲੁਧਿਆਣਾ ਤੋਂ ਸੰਸਦ ਮੈਂਬਰ ਬਣੇ ਸੀ, ਪਰ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਪਤਾ ਹੋਣ ਦੇ ਉਹਨਾਂ ਦੇ ਸੰਬੰਧੀ ਪੋਸਟਰ ਲਾਏ ਗਏ ਨੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੁਰਾਂ ਦੇ ਲਾਪਤਾ ਹੋਣ ਦੇ ਜਿਹੜੇ ਪੋਸਟਰ ਲਾਏ ਗਏ ਨੇ, ਯੂਥ ਅਕਾਲੀ ਦਲ ਵੱਲੋਂ ਇਹ ਪੋਸਟਰ ਲਾਏ ਗਏ ਨੇ ਤੇ ਇਲਜ਼ਾਮ ਹੈ ਇਹ ਲਾਇਆ ਜਾ ਰਿਹਾ ਕਿ ਜਦ ਲੋਕ ਮਹਾਮਾਰੀ ਦੇ ਨਾਲ, ਕਰੋਨਾ ਮਹਾਮਾਰੀ ਦੇ ਨਾਲ ਮਰ ਰਹੇ ਨੇ ਤਾਂ ਉਹ ਲਾਪਤਾ ਨੇ, ਕਿਸੇ ਦਾ ਫੋਨ ਨਹੀਂ ਚੁੱਕਦੇ ਤੇ ਕਿਸੇ ਦੇ ਨਾਲ ਮਿਲਦੇ ਜੁਲਦੇ ਨਹੀਂ। ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਸਿਹਤ ਸਹੂਲਤਾਂ ਤੋਂ ਵਾਂਝੇ ਨੇ। ਕਈ ਤਰ੍ਹਾਂ ਦੇ ਮਾਮਲੇ ਨੇ ਉਹ ਸੂਬੇ ਦੇ ਵਿੱਚ ਲਗਾਤਾਰ ਸਾਹਮਣੇ ਆ ਰਹੇ ਨੇ, ਪਰ ਇਸ ਸਭ ਦੇ ਬਾਵਜੂਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਲਾਪਤਾ ਨੇ। ਕਿਸੇ ਦੀ ਵੀ ਉਹਨਾਂ ਨੂੰ ਕੋਈ ਫਿਕਰ ਨਹੀਂ। ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਨੇ। ਯੂਥ ਅਕਾਲੀ ਦਲ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਪੋਸਟਰ ਲਾਏ ਗਏ, ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਹੁਰੀ ਨੇ ਉਹ ਲਾਪਤਾ ਹੋ ਗਏ ਨੇ। ਦੱਸਦੀ ਹੈ ਕਿ ਦਿੱਲੀ ਦੇ ਜੰਤਰ ਮੰਤਰ ਤੇ ਲਗਾਤਾਰ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਇੱਕ ਤਰ੍ਹਾਂ ਦਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਯੂਥ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਪੋਸਟਰ ਲਾਏ ਗਏ ਨੇ। ਰਾਓ ਸਾਹਿਬ, ਕਿਵੇਂ ਦੇਖਦੇ ਹੋ ਜਿਹੜੇ ਯੂਥ ਅਕਾਲੀ ਦਲ ਵੱਲੋਂ ਇਹ ਪੋਸਟਰ ਲਾਏ ਗਏ ਨੇ ਉਹਨਾਂ ਨੂੰ? ਦੇਖੋ ਸੁਖਵਿੰਦਰ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਨਾਲ ਕਰਕੇ ਹਰ ਇੱਕ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਜਾਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਇੱਕ ਦੂਸਰੇ ਆਗੂ ਤੇ ਹਾਵੀ ਹੁੰਦੀਆਂ ਨੇ ਤੇ ਨਾਲ ਦੀ ਨਾਲ ਇੱਕ ਤਰ੍ਹਾਂ ਦੀ ਆਪਾਂ ਜੋ ਕਹਿ ਲਈਏ ਕਿ ਰਾਜਨੀਤੀ ਕਰਨ ਦੀ ਕੋਸ਼ਿਸ਼ ਵੀ ਪਾਰਟੀਆਂ ਕਰਦੀਆਂ ਨੇ। ਖਾਸ ਗੱਲ ਕਰਕੇ ਹੁਣ ਦੇਖੀਏ ਕਿ ਲੁਧਿਆਣਾ ਦੇ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਗੋਸ਼ਾ, ਪਿਛਲੇ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਕਾਫੀ ਐਕਟਿਵ ਉਹ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਤੇ ਹੋਰ ਵੱਖ-ਵੱਖ ਪਲੇਟਫਾਰਮਾਂ ਤੇ ਵੀ। ਤੇ ਹਰ ਜਗ੍ਹਾ ਤੁਸੀਂ ਕਿਤੇ ਨਾ ਕਿਤੇ ਗੁਰਦੀਪ ਸਿੰਘ ਗੋਸ਼ਾ ਨੂੰ ਕਿਤੇ ਨਾ ਕਿਤੇ ਪਾਓਗੇ, ਚਾਹੇ ਉਹ ਲੋਕਾਂ ਦੀ ਆਵਾਜ਼ ਚੁੱਕ ਰਹੇ ਹੋਣ, ਚਾਹੇ ਇਸ ਤਰ੍ਹਾਂ ਦੇ ਨਾਲ ਆਪਣੇ ਜ਼ਿਲ੍ਹੇ ਦੇ ਜਿਹੜੇ ਹਲਕੇ ਦੇ ਸੰਸਦ ਮੈਂਬਰ ਨੇ ਉਹਦੇ ਲਾਪਤਾ ਹੋਣ ਦੇ ਚਾਹੇ ਪੋਸਟਰ ਲਾਉਂਦੇ ਹੋਣ। ਇੱਕ ਗੱਲ ਸਾਫ਼ ਜ਼ਾਹਿਰ ਹੈ ਕਿ ਗੁਰਦੀਪ ਸਿੰਘ ਗੋਸ਼ਾ ਆਪਣਾ ਜਿਹੜਾ ਮੌਜੂਦਾ ਜਿਹੜੀ ਉਹਨਾਂ ਦੀ ਰਾਜਨੀਤੀ ਹੈ ਉਹਦੇ ਤੋਂ ਉਹ ਇੱਕ ਪਲਾਂਗ ਅੱਗੇ ਟੱਪਣਾ ਚਾਹੁੰਦੇ ਆ, ਜਾਂ ਇਹ ਕਹਿ ਲਈਏ ਕਿ 2022 ਦੀਆਂ ਜੋ ਚੋਣਾਂ ਆਉਣ ਵਾਲੀਆਂ ਨੇ ਕਿਤੇ ਨਾ ਕਿਤੇ ਗੁਰਦੀਪ ਗੋਸ਼ਾ ਲੁਧਿਆਣਾ ਤੋਂ ਜਿਹੜਾ ਅਕਾਲੀ ਦਲ ਦੇ ਵੱਲੋਂ ਟਿਕਟ ਦੀ ਜਿਹੜੀ ਉਮੀਦਵਾਰੀ ਆ ਉਹ ਵੀ ਪੇਸ਼ ਕਰ ਸਕਦੇ ਨੇ ਤੇ ਪੇਸ਼ ਮੈਨੂੰ ਲੱਗਦਾ ਕਰਨਗੇ ਵੀ ਜੀ। ਤੋਂ ਇਸ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਵੇਲੇ ਸੁਰਖੀਆਂ ਦੇ ਵਿੱਚ ਰਹਿਣਾ ਕਿਸੇ ਆਗੂ ਦੇ ਲਈ ਬੇहद ਜ਼ਰੂਰੀ ਹੋ ਜਾਂਦਾ ਹੈ। ਜਦੋਂ ਉਹ ਆਪਣੀ ਜਿਹੜੀ ਪੋਲੀਟੀਕਲ ਜਿਹੜੀ ਪਾਰੀ ਹੈ ਉਹ ਇਸ ਤਰੀਕੇ ਦੇ ਨਾਲ ਸ਼ੁਰੂ ਕਰਨ ਜਾ ਰਿਹਾ ਹੋਵੇ, ਸੋਚ ਰਿਹਾ ਹੋਵੇ ਕਿ ਮੈਂ ਵਿਧਾਨ ਸਭਾ ਇਲੈਕਸ਼ਨ ਲੜ ਸਕਦਾ ਜੇ ਮੈਨੂੰ ਪਾਰਟੀ ਟਿਕਟ ਦੇ ਦਿੰਦੀ ਹੈ। ਦੂਸਰੀ ਗੱਲ ਹੁਣ ਆਪਾਂ ਲਾ ਲਈਏ ਕਿ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ ਤੇ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਿ ਲਗਾਤਾਰ ਗਾਇਬ ਨੇ। ਉਹ ਵੀ ਇਸ ਮੌਕੇ ਜਦੋਂ ਕਰੋਨਾ ਮਹਾਮਾਰੀ ਦਾ ਭਿਆਨਕ ਸੰਕਟ ਸਾਹਮਣੇ ਆਇਆ ਤੇ ਇਹ ਨਹੀਂ, ਲੁਧਿਆਣਾ ਪੰਜਾਬ ਦਾ ਉਹ ਸਭ ਤੋਂ ਪਹਿਲਾ ਜ਼ਿਲ੍ਹਾ ਜਿਹੜਾ ਸਭ ਤੋਂ ਵੱਧ ਇਸ ਮਹਾਮਾਰੀ ਦੇ ਨਾਲ ਪੀੜਤ ਹੈ ਜੀ। ਬਿਲਕੁਲ ਸਭ ਤੋਂ ਵੱਧ ਜਿਹੜੀਆਂ ਮੌਤਾਂ ਨੇ ਉਹ ਲੁਧਿਆਣਾ ਦੇ ਵਿੱਚ ਹੋ ਰਹੀਆਂ ਨੇ। ਤੇ ਫਿਰ ਦੇਖੋ ਇੱਕ ਸਵਾਲ ਤਾਂ ਬਣ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਉਹ ਜ਼ਿਲ੍ਹਾ ਮੋਰੀ ਹੋਵੇ ਮੌਤਾਂ ਦੇ ਵਿੱਚ, ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦੇ ਵਿੱਚ, ਤੇ ਜਿਹੜਾ ਉੱਥੋਂ ਦਾ ਮੌਜੂਦਾ ਸੰਸਦ ਮੈਂਬਰ ਹੈਗਾ ਤੇ ਉਹ ਉੱਥੇ ਨਾ ਪਹੁੰਚਿਆ ਹੋਵੇ ਜਾਂ ਲੋਕਾਂ ਦੇ ਵਿੱਚ ਇਸ ਵੇਲੇ ਨਾ ਵਿਚਰ ਰਿਹਾ ਹੋਵੇ। ਸੋ ਇਹ ਵੀ ਇੱਕ ਵੱਡਾ ਸਵਾਲ ਹੈ। ਇਹ ਦੇਖੋ ਸਭ ਨੂੰ ਪਤਾ ਹੈ ਕਿ ਲਗਾਤਾਰ ਰਵਨੀਤ ਬਿੱਟੂ ਹੋਣ, ਚਾਹੇ ਉਹ ਗੁਰਜੀਤ ਔਜਲਾ ਹੋਣ, ਕੁਲਵੀਰ ਜੀਰਾ ਹੋਣੀ ਹੋਣ ਤੇ ਡਿੰਪਾ ਹੋਣੀ ਹੋਣ, ਉਹ ਲਗਾਤਾਰ ਜੰਤਰ ਮੰਤਰ ਤੇ ਆਪਣੇ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਕਾਂਗਰਸ ਦੇ ਐਮਪੀਜ਼ ਦਾ ਜਿਹੜਾ ਧਰਨਾ ਉੱਥੇ ਡਟੇ ਹੋਏ ਨੇ। ਪਰ ਇਹ ਨਹੀਂ ਹੈ ਕਿ 12 ਮਹੀਨੇ 30 ਦਿਨ ਉੱਥੇ ਹੀ ਰਵਨੀਤ ਬਿੱਟੂ ਰਹਿੰਦੇ ਨੇ ਜੀ। ਬਿਲਕੁਲ ਜੇ ਦੇਖੋ ਜਦੋਂ ਤੁਹਾਡੇ ਹਲਕੇ ਦੇ ਵਿੱਚ ਕਰੋਨਾ ਮਹਾਮਾਰੀ ਇੰਨਾ ਭਿਆਨਕ ਕਹਿਰ ਵਰਪਾਰੀ ਹੋਵੇ ਤੇ ਫਿਰ ਵੀ ਤੁਸੀਂ ਉੱਥੇ ਆਓ ਨਾ ਤੇ ਤੁਸੀਂ ਉੱਥੇ ਹਸਪਤਾਲਾਂ ਦਾ ਜਾਇਜ਼ਾ ਨਾ ਲਓ ਕਿ ਕਿਸ ਤਰੀਕੇ ਦੇ ਨਾਲ ਇਲਾਜ ਚੱਲ ਰਿਹਾ। ਆਕਸੀਜਨ ਦੀ ਅਸੀਂ ਦੇਖ ਰਹੇ ਹਾਂ ਕਿ ਕਿੰਨੀ ਮਾਰੋ-ਮਾਰ ਹੋ ਰਹੀ ਹੈ। ਹੁਣ ਤਾਂ ਪੰਜਾਬ ਸਰਕਾਰ ਵੀ ਕਹਿਣ ਲੱਗ ਗਈ ਹੈ ਕਿ ਸਾਨੂੰ ਜਿਹੜੀ ਹੈ ਆਕਸੀਜਨ ਆ ਉਹ ਘੱਟ ਹੈ, ਕੋਟਾ ਵਧਾਓ। ਤੇ ਅਜਿਹੇ ਸਮੇਂ ਦੇ ਵਿੱਚ ਮੈਂ ਵੀ ਇਹੀ ਸਮਝਦਾ ਕਿ ਜਿਹੜਾ ਲੋਕਲ ਆਗੂ ਹੈ ਜਿਹਨੂੰ ਲੋਕਾਂ ਨੇ ਚੁਣ ਕੇ ਆਪਣਾ ਨੁਮਾਇੰਦਾ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਤੇ ਉਹਨੂੰ ਆਪਣੇ ਲੋਕਾਂ ਦੀ ਪਰਵਾਹ ਜ਼ਰੂਰ ਕਰਨੀ ਚਾਹੀਦੀ ਹੈ। ਸੋ ਇੱਥੇ ਇਹ ਜਿਹੜਾ ਮੌਕਾ ਸੀਗਾ ਇੱਕ ਮੈਂ ਸਮਝਦਾ ਕਿ ਰਵਨੀਤ ਬਿੱਟੂ ਨੇ ਉਹ ਅਕਾਲੀ ਦਲ ਨੂੰ ਦੇਤਾ ਤੇ ਅਕਾਲੀ ਦਲ ਉਸ ਮੌਕੇ ਦਾ ਪੂਰਾ ਫਾਇਦਾ ਉਠਾ ਕੇ ਹੁਣ ਰਵਨੀਤ ਬਿੱਟੂ ਤੇ ਹੀ ਜਿਹੜੇ ਉਹ ਸਿਆਸੀ ਤੀਰ ਚਲਾਉਂਦਾ ਆ ਰਿਹਾ। ਦੇਖੋ ਇਹਦੇ ਨਾਲ ਇੱਕ ਦੋ ਗੱਲਾਂ ਹੋਣਗੀਆਂ
ਇੱਕ ਤਾਂ ਜਿਹੜਾ ਗੁਰਦੀਪ ਸਿੰਘ ਗੋਸ਼ਾ ਨੇ ਤੇ ਉਹਨਾਂ ਦਾ ਲੋਕਾਂ ਦੇ ਵਿੱਚ ਜਿਹੜਾ ਰਸੂਖ ਹੈ ਜਾਂ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰਚਲਨ ਹੈ ਉਹ ਵਧੂਗਾ, ਕਿਉਂਕਿ ਇਸ ਵੇਲੇ ਜਦੋਂ ਕੋਈ ਆਵਾਜ਼ ਚੁੱਕਦਾ ਹੈ ਲੋਕਾਂ ਦੀ ਜੋ ਮਾੜੀ ਹਾਲਾਤ ਹੈ ਉਹਦੀ ਆਵਾਜ਼ ਚੁੱਕਦਾ ਹੈ ਤੇ ਉਹ ਆਪਣੇ ਆਪ ਲੋਕਾਂ ਦਾ ਨਾਇਕ ਬੰਦਾ ਬਣ ਜਾਂਦਾ ਹੈ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਸਿਆਸੀ ਆਗੂ ਹੋਵੇ ਜਾਂ ਕੋਈ ਸਮਾਜ ਸੇਵੀ ਹੋਵੇ। ਸੋ ਇਸ ਕਰਕੇ ਇਹ ਫਾਇਦਾ ਗੁਰਦੀਪ ਗੋਸ਼ਾ ਨੂੰ ਹੋਣਾ ਤੇ ਜਿਹੜਾ ਨੁਕਸਾਨ ਹੈ ਉਹ ਰਵਨੀਤ ਬਿੱਟੂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਨਾਲ ਦੀ ਨਾਲ ਜਿਹੜਾ ਗੋਸ਼ਾ ਨੇ ਉਹ ਇਹ ਆਪਣੀ ਪਾਰਟੀ ਦੀ ਹਾਈ ਕਮਾਨ ਨੂੰ ਦੱਸ ਰਹੇ ਨੇ ਕਿ ਲੁਧਿਆਣਾ ਤੋਂ ਜਿਹੜਾ ਮੈਂ ਆ ਉਹ ਕਿੰਨਾ ਕੁ ਮੈਂ ਐਕਟਿਵ ਆ, ਕਿਸ ਤਰੀਕੇ ਨਾਲ ਮੈਂ ਲੋਕਾਂ ਦੇ ਜਿਹੜੇ ਮੁੱਦੇ ਆ ਚੁੱਕ ਰਿਹਾ। ਤੇ ਜੇ ਗੁਰਦੀਪ ਗੋਸ਼ਾ ਦੀ ਆਵਾਜ਼ ਅੱਗੇ ਤੱਕ ਜਾਂਦੀ ਹੈ ਤਾਂ ਕਿਉਂਕਿ ਉਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਉਹਦੇ ਕੋਈ ਸ਼ੱਕ ਨਹੀਂ ਕਿ ਪਾਰਟੀ ਨੂੰ ਵੀ ਉੱਥੇ ਫਿਰ ਫਾਇਦਾ ਹੁੰਦਾ ਜਦੋਂ ਇਸ ਤਰ੍ਹਾਂ ਦੇ ਆਗੂ ਉੱਥੇ ਕੰਮ ਕਰਦੇ ਨੇ। ਸੋ ਇਹੀ ਆ ਕਿ ਰਵਨੀਤ ਬਿੱਟੂ ਦਿੱਲੀ 'ਚ ਬੈਠੇ ਨੇ ਜਾਂ ਚੰਡੀਗੜ੍ਹ ਬੈਠੇ ਨੇ, ਇਹੀ ਇਲਜ਼ਾਮ ਲਗਾਏ ਨੇ। ਸੋ ਰਵਨੀਤ ਬਿੱਟੂ ਨੂੰ ਜਿੰਨਾ ਜਲਦੀ ਹੋ ਸਕੇ ਆਪਣੇ ਜਿਹੜਾ ਹਲਕੇ ਦੇ ਲੋਕਾਂ ਦੇ ਵਿੱਚ ਇੱਕ ਵਾਰ ਵਿਚਰ ਲੈਣਾ ਚਾਹੀਦਾ। ਲੁਧਿਆਣਾ ਦੇ ਵਿੱਚ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਜਾਂ ਫਿਰ ਨਿੱਜੀ ਹਸਪਤਾਲ ਨੇ ਸਾਰਿਆਂ ਦਾ ਦੌਰਾ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਇਸ ਦੇਖੋ ਨਿੱਜੀ ਹਸਪਤਾਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਦੇਖੋ ਭਿਆਨਕ ਸਮੇਂ ਦੇ ਵਿੱਚ, ਸੰਕਟ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨਿੱਜੀ ਹਸਪਤਾਲ ਨੇ ਉਹ ਲੋਕਾਂ ਦੀ ਛਿੱਲ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਬਿਲਕੁਲ ਦੇਖੋ ਕਿਤੇ ਤਾਂ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਆਕਸੀਜਨ ਮੁਫਤ ਦੇ ਰਹੀਆਂ ਨੇ, ਆਕਸੀਜਨ ਦੇ ਲੰਗਰ ਲਗਾਏ ਜਾ ਰਹੇ ਨੇ ਤੇ ਉੱਤੇ ਜਿਹੜੇ ਇਹ ਨਿੱਜੀ ਹਸਪਤਾਲ ਨੇ, ਤੁਸੀਂ ਯਕੀਨ ਨਹੀਂ ਕਰਨਾ ਕਿ ਜਿੱਥੇ ਸਰਕਾਰ ਨੇ ਰੇਟ ਤੈਅ ਕੀਤੇ ਨੇ ਕਿ ਇੱਕ ਦਿਨ ਦਾ 7,000 ਤੋਂ ਲੈ ਕੇ 8-9 ਹਜ਼ਾਰ ਤੱਕ ਦਾ ਜਿਹੜਾ ਕਿਰਾਇਆ ਫੀਸ ਹੈ ਉਹ ਨਿੱਜੀ ਹਸਪਤਾਲ ਵਸੂਲ ਸਕਦੇ ਨੇ। ਇਹ ਨਿੱਜੀ ਹਸਪਤਾਲ ਸੁਖਵਿੰਦਰ ਜੀ 75, 70, 80, 85 ਹਜ਼ਾਰ ਰੁਪਇਆ ਪਰ ਡੇ ਦਾ ਲੈ ਰਹੇ ਨੇ। ਸੋ ਇਹ ਬੇਹੱਦ ਸ਼ਰਮਨਾਕ ਹੈ। ਜਿਸ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨਜਾਇਜ਼ ਜਿਹੜੇ ਨਿੱਜੀ ਹਸਪਤਾਲ ਨੇ ਜੇਕਰ ਉਹ ਲੁੱਟ ਕਰਦੇ ਨੇ ਤਾਂ ਉੱਥੇ ਦੇ ਜਿਹੜੇ ਆਗੂ ਨੂੰ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ। ਸੋ ਇਸ ਕਰਕੇ ਅਸੀਂ ਵੀ ਸਮਝਦੇ ਹਾਂ ਕਿ ਰਵਨੀਤ ਬਿੱਟੂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਉਹਨਾਂ ਨੂੰ ਵਾਪਸ ਆ ਕੇ ਆਪਣੇ ਹਲਕੇ ਦੇ ਵਿੱਚ ਦੇਖਣਾ ਚਾਹੀਦਾ ਕਿ ਲੋਕਾਂ ਦੇ ਕੋਲ ਸਿਹਤ ਸਹੂਲਤਾਂ ਕਿਸ ਤਰੀਕੇ ਦੀਆਂ ਪਹੁੰਚ ਰਹੀਆਂ ਨੇ। ਉਹ ਗੱਲ ਵੱਖਰੀ ਹੈ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਆਪਣਾ ਹੀ ਘਮਾਸਾਨ ਚੱਲਦਾ ਹੋਇਆ, ਕੁਰਸੀ ਦੀ ਲੜਾਈ ਹੋ ਰਹੀ ਹੈ, ਕਿਸੇ ਦੀ ਕੁਰਸੀ ਜਾਣ ਦਾ ਖਤਰਾ ਹੈ, ਕੋਈ ਕੁਰਸੀ ਪਾਉਣ ਦੇ ਲਈ ਗੱਲ ਕਰ ਰਿਹਾ ਜੀ। ਸੋ ਬੇਹੱਦ ਜ਼ਰੂਰੀ ਹੋ ਜਾਂਦਾ ਰਵਨੀਤ ਬਿੱਟੂ ਦਾ ਇੱਕ ਵਾਰ ਉਹਨਾਂ ਨੂੰ ਜ਼ਰੂਰ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਤੇ ਤਕਲੀਫ ਆ ਕੇ ਸੁਣ ਲੈਣੀ ਚਾਹੀਦੀ ਹੈ। ਜੀ, ਜਿਵੇਂ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਹੈ, ਦੱਸਦੀ ਹੈ ਕਿ ਉਹ ਕਿਸਾਨੀ ਦੇ ਚੱਲਦਿਆਂ ਲੰਬੇ ਸਮੇਂ ਤੋਂ ਜਿਹੜਾ ਜੰਤਰ ਮੰਤਰ ਤੇ ਜ਼ਰੂਰ ਬੈਠੇ ਆ, ਪਰ ਜਿਹੜੇ ਹਾਲਾਤ ਨੇ ਉਹ ਲੁਧਿਆਣਾ ਦੇ ਵਿੱਚ ਬਹੁਤ ਚਿੰਤਾਜਨਕ ਨੇ। ਬੇਹੱਦ ਜਿਹੜੀ ਸਥਿਤੀ ਆ ਉਹ ਚਿੰਤਾਜਨਕ ਬਣੀ ਹੋਈ ਆ। ਲੋਕ ਨੇ ਜਿਹੜੇ ਉਹ ਪਰੇਸ਼ਾਨ ਨੇ, ਮਹਾਮਾਰੀ ਤੋਂ ਵੀ, ਲੋਕਾਂ ਦਾ ਜਿਹੜਾ ਰੋਜ਼ਗਾਰ ਹੈ ਉਸ ਤੋਂ ਵੀ, ਕਿਉਂਕਿ ਆਰਥਿਕ ਤੇ ਜਿਹੜੀ ਕਰੋਨਾ ਦੀ ਮਹਾਮਾਰੀ ਹੈ ਉਹ ਨਾਲ-ਨਾਲ ਚੱਲ ਰਹੀ ਹੈ। ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਠਾਏ ਜਾ ਰਹੇ ਨੇ। ਗੁਰਦੀਪ ਸਿੰਘ ਹੋਰਾਂ ਨੇ ਕਿਹਾ ਕਿ ਕੁਝ ਰਵਨੀਤ ਸਿੰਘ ਬਿੱਟੂ ਹੋਰਾਂ ਬਾਰੇ ਤੁਹਾਨੂੰ ਸੁਣਾ ਦਿੰਦੇ ਆ। ਬੜੇ ਦੁਖੀ ਹਿਰਦੇ ਨਾਲ ਪ੍ਰੋਟੈਸਟ ਕਰਨ ਤੇ ਮਜਬੂਰ ਹੋ ਗਿਆ। ਜਿਹੜਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਫੋਟੋ 'ਚ ਦਿਖੇ, ਇਨਸਾਨ ਉਹ ਹੁੰਦਾ, ਦੋਸਤ ਉਹ ਹੁੰਦਾ ਜਿਹੜਾ ਔਖੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਆ ਕੇ ਖੜ ਜਾਵੇ। ਪਰ ਰਵਨੀਤ ਸਿੰਘ ਬਿੱਟੂ ਨੇ ਬਿਲਕੁਲ ਸ਼ਰਮ ਲਾਈ ਹੋਈ ਹੈ। ਕਾਂਗਰਸ ਦਾ ਐਮਪੀ ਹੈ, 8 ਸਾਲ ਤੋਂ ਲੁਧਿਆਣੇ ਦੀ ਧਰਤੀ ਤੇ ਐਮਪੀ ਦਾ ਅਹੁਦੇ ਤੇ ਬੈਠਾ ਹੋਇਆ, ਪਰ ਇਹਨੂੰ ਸਿਆਸਤ ਕਰਨ ਦੀ ਵਾਰੀ ਆਉਂਦੀ ਹੈ ਤੇ ਚੰਡੀਗੜ੍ਹ ਯਾਦ ਆਉਂਦਾ। ਸਿਆਸਤ ਕਰਨ ਦੀ ਵਾਰੀ ਆਉਂਦੀ ਹੈ ਤੇ ਦਿੱਲੀ ਤੋਂ ਬਿਆਨ ਦਿੰਦਾ, ਪਰ ਲੁਧਿਆਣੇ ਦੇ ਲੋਕਾਂ ਨੂੰ ਬਿਲਕੁਲ ਆਵਾਜ਼ਾਰ ਕਰ ਦਿੱਤਾ ਗਿਆ, ਲਵਾਰਿਸ ਛੱਡ ਦਿੱਤਾ ਗਿਆ। ਕਰੋਨਾ ਕਾਲ ਦੇ ਵਿੱਚ ਜਿੱਥੇ ਲੋਕਾਂ ਦੇ ਘਰ ਦੇ ਵਿੱਚ ਮੌਤਾਂ ਹੋ ਰਹੀਆਂ, ਕੱਲ ਇੱਕ ਗਰਭਵਤੀ 15 ਘੰਟੇ ਸਿਵਲ ਹਸਪਤਾਲ 'ਚ ਪਈ ਰਹੀ ਹੈ, ਉਹਨੂੰ ਆਈਸੀਯੂ ਬੈੱਡ ਨਹੀਂ ਦਿੱਤਾ ਗਿਆ। ਕੱਲ ਕਿੰਨੀਆਂ ਲਾਸ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਸਿਵਲ ਹਸਪਤਾਲ 'ਚੋਂ ਚੱਕੀਆਂ ਨਹੀਂ ਜਾ ਰਹੀਆਂ ਸੀਗੀਆਂ। ਅੱਜ ਦੇਖਿਆ ਕਿ ਰੇਹੜੀ ਦੇ ਉੱਤੇ ਇੱਕ ਲਾਸ਼ ਗਈ ਆ ਰਜਿੰਦਰਾ ਹਸਪਤਾਲ ਦੇ ਵਿੱਚੋਂ। ਮੈਂ ਹੈਰਾਨ ਹੁੰਨਾ ਕਿ ਇਸ ਕਰੋਨਾ ਕਾਲ ਦੀ ਘੜੀ ਜਿੱਥੇ ਸਮੁੱਚੇ ਪੰਜਾਬੀ ਆਪਣੀ ਸੇਵਾ 'ਚ ਮਸ਼ਹੂਰ ਹੈ, ਉੱਥੇ ਇਹ ਲੋਕ ਆਪਣੀ ਸਿਆਸਤ ਕਰਨ ਦੇ ਵਿੱਚ ਲੱਗੇ ਆ। ਮੈਂ ਪੁੱਛਣਾ ਚਾਹੁੰਦਾ ਰਵਨੀਤ ਸਿੰਘ ਬਿੱਟੂ ਨੂੰ, ਕਰੋਨਾ ਕਾਲ ਦੀ ਘੜੀ ਦੇ ਵਿੱਚ ਆਪਾਂ ਲੁੱਕ ਕੇ ਕਿਉਂ ਬੈਠੇ ਹੋਏ ਆ? ਅੱਜ ਲੋਕਾਂ ਨੂੰ ਜ਼ਰੂਰਤ ਹੈ। ਅੱਜ ਤੁਸੀਂ ਆ ਕੇ ਚੈੱਕ ਕਰਦੇ ਕਿੱਥੇ ਆਕਸੀਜਨ ਦੀ ਕਮੀ ਹੈ, ਕਿੱਥੇ ਵੈਂਟੀਲੇਟਰ ਦੀ ਕਮੀ ਹੈ, ਕਿੱਥੇ ਬੈੱਡਾਂ ਦੀ ਕਮੀ ਹੈ, ਕਿੱਦਾਂ ਇੰਤਜ਼ਾਮ ਕੀਤਾ ਜਾ ਸਕਦਾ। ਇਹ ਬਾਰ-ਬਾਰ ਕਹਿੰਦੇ ਕਿ ਇੱਕ ਕੰਮ ਮੇਰਾ ਨਹੀਂ, ਇਹ ਕੰਮ ਪ੍ਰਸ਼ਾਸਨ ਦਾ। ਤੇ ਮੈਂ ਪੁੱਛਣਾ ਚਾਹੁੰਦਾ, ਜੇ ਇਹਨਾਂ ਦੇ ਕੰਮ ਪ੍ਰਸ਼ਾਸਨ ਦਾ, ਫਿਰ ਬਿੱਟੂ ਜੀ ਦੀ ਲੋੜ ਕੀ? ਸਾਨੂੰ ਐਮਪੀ, ਇਹੋ ਜਿਹੇ ਐਮਪੀ ਦੀ ਕੋਈ ਲੋੜ ਨਹੀਂ ਜਿਹੜਾ ਔਖੀ ਘੜੀ 'ਚ ਲੋਕਾਂ ਨੂੰ ਲਵਾਰਸ ਛੱਡ ਜਾਵੇ। ਅੱਜ ਪੰਜਾਬ ਜਵਾਬ ਮੰਗਦਾ, ਅੱਜ ਖਾਸ ਕਰਕੇ ਉਹ ਲੁਧਿਆਣਾ ਜਵਾਬ ਮੰਗਦਾ। ਜਿਹੜੇ ਲੁਧਿਆਣੇ ਦੇ ਲੋਕਾਂ ਨੇ ਇਹਨੂੰ ਜਿੱਤ ਕੇ ਟਾਇਆ ਸੀ, ਪਰ ਆਉਣ ਵਾਲੇ ਟਾਈਮ 'ਚ ਆਏਗਾ,
ਇਹ ਆਊਗਾ, ਇਹਨੂੰ ਜਦੋਂ ਪਤਾ ਲੱਗੂਗਾ ਸਿਆਸਤ ਕਰਨ ਲਈ ਆਊਗਾ ਤੇ ਇਹ ਲੋਕਾਂ ਨੂੰ ਵੋਟਾਂ ਮੰਗਣ ਲਈ ਆਊਗਾ। 2022 ਦੇ ਵਿੱਚ ਵੋਟਾਂ ਮੰਗਣ ਆਊਗਾ, 2023 ਚ ਵੋਟਾਂ ਮੰਗਣ। ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇਹਦਾ ਜਵਾਬ ਹੁਣ ਲੋਕ ਮੰਗਣ। ਇਹ ਸਨ ਗੁਰਦੀਪ ਸਿੰਘ ਗੋਸ਼ਾ, ਜਿਹੜੇ ਕਿ ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ। ਇਸ ਦੌਰਾਨ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੀਟਿੰਗ ਸੱਦੀ ਗਈ ਸੀ, ਜਿਸ ਦੇ ਵਿੱਚ ਕਰੋਨਾ ਮਹਾਮਾਰੀ ਸੰਬੰਧੀ ਜਿਹੜੀ ਵਿਚਾਰ ਚਰਚਾ ਕੀਤੀ ਗਈ ਹੈ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਇੱਕ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ, ਤਾਂ ਜੋ ਜਿਹੜੇ ਇਸ ਸੰਬੰਧੀ ਮੁੱਦੇ ਖੜੇ ਹੋ ਰਹੇ ਨੇ, ਸਵਾਲ ਖੜੇ ਹੋ ਰਹੇ ਨੇ, ਉਹਨਾਂ ਦੇ ਜਿਹੜੇ ਜਵਾਬ ਨੇ ਉਹਨਾਂ ਨੂੰ ਲੱਭਿਆ ਜਾ ਸਕੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਆਰਥਿਕ ਮਹਾਮਾਰੀ ਚੱਲ ਰਹੇ ਨੇ, ਇਸ ਦੌਰਾਨ ਕਰੋਨਾ ਦੇ ਚੱਲਦਿਆਂ ਆਰਥਿਕ ਤੌਰ ਤੇ ਬਿਲਕੁਲ ਟੁੱਟ ਚੁੱਕੇ ਨੇ, ਉਹਨਾਂ ਦੀ ਜਿਹੜੀ ਵਿੱਤੀ ਸਹਾਇਤਾ ਹੈ ਉਹ ਕੈਪਟਨ ਸਰਕਾਰ ਨੂੰ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਵੀ ਮਾਫ ਕਰ ਦੇਣੇ ਚਾਹੀਦੇ ਨੇ। ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਪੀਲ ਹੈ ਜਿਹੜੀ ਉਹ ਕੈਪਟਨ ਸਰਕਾਰ ਨੂੰ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਅਪੀਲ ਕੀਤੀ ਗਈ ਹੈ ਕਿ ਇਸ ਮਹਾਮਾਰੀ ਦੇ ਚੱਲਦਿਆਂ ਜ਼ਿੰਮੇਵਾਰੀ ਜ਼ਰੂਰ ਸਮਝਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਸਰਬ ਪਾਰਟੀ ਮੀਟਿੰਗ ਦਾ ਸੱਦਾ ਵੀ ਦੇਣਾ ਚਾਹੀਦਾ ਹੈ। ਰਾਓ ਸਾਹਿਬ, ਕਿਵੇਂ ਦੇਖਦੇ ਹੋ ਇਸ ਅਪੀਲ ਨੂੰ? ਨਹੀਂ, ਠੀਕ ਹੈ, ਜਿਹੜੀ ਗੱਲ ਕਰਦੇ ਹੋ ਤੁਸੀਂ ਕਿ ਅਪੀਲ ਕੀਤੀ ਗਈ ਹੈਗੀ ਆ, ਇਹ ਬੇਹੱਦ ਜ਼ਰੂਰੀ ਹੋ ਜਾਂਦਾ। ਲੇਕਿਨ ਜੇ ਸੁਖਵਿੰਦਰ ਇਸ ਤੇ ਮਗਰੋਂ ਇੱਕ ਮੈਂ ਚਾਹੁੰਦਾ ਕਿ ਨਾਲ ਦੀ ਨਾਲ ਇੱਕ ਜਿਹੜੀ ਹੋਰ ਵੱਡੀ ਅੱਜ ਦੀ ਖਬਰ ਹੈ ਉਹ ਵੀ ਥੋੜਾ ਜਿਹਾ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਦਰਸ਼ਕਾਂ ਦੇ ਨਾਲ, ਕਿਉਂਕਿ ਸਿੱਧੇ ਨਾ ਸਿੱਧੇ ਇਹ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੇ ਨਾਲ ਜੁੜੀ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਨਾਲ ਸੰਬੰਧ ਇਹ ਖਬਰ ਰੱਖਦੀ ਹੈ ਤੇ ਉੱਥੇ ਬਠਿੰਡਾ ਦੇ ਵਿੱਚ ਸੀਆਈਏ ਸਟਾਫ ਦਾ ਜਿਹੜਾ ਇੱਕ ਏਐਸਆਈ ਹੈ, ਬਿਲਕੁਲ, ਤੇ ਉਹਨੂੰ ਇੱਕ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਵਿਧਵਾ ਮਹਿਲਾ ਦੇ ਨਾਲ ਦੇਖੋ ਜਬਰ ਜਨਾਹ ਕਰਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੈਗੀ ਆ ਤੇ ਪੰਜਾਬ ਪੁਲਿਸ ਦੀ ਜਿਹੜੀ ਛਵੀ ਹੈ ਉਹ ਇਸ ਘਟਨਾ ਦੇ ਨਾਲ ਬਹੁਤ ਜ਼ਿਆਦਾ ਮੈਲੀ ਹੋ ਗਈ ਹੈ। ਸੋ ਇਹ ਜੇ ਆਪਾਂ ਦਰਸ਼ਕਾਂ ਦੇ ਨਾਲ ਇਹ ਖਬਰ ਸਾਂਝੀ ਕਰੀਏ, ਹੋ ਸਕਦਾ ਹੈ ਕਿ ਬਹੁਤ ਸਾਰੇ ਦਰਸ਼ਕਾਂ ਨੂੰ ਇਸ ਬਾਰੇ ਪਤਾ ਵੀ ਹੋਵੇਗਾ। ਤੇ ਜਿਹੜੀ ਵਿਧਵਾ ਮਹਿਲਾ, ਉਸਨੇ ਇਲਜ਼ਾਮ ਲਗਾਏ ਨੇ ਕਿ ਉਸਦੇ ਪੁੱਤਰ ਦੇ ਉੱਪਰ ਕੋਈ ਨਸ਼ੀਲੀ ਵਸਤੂ ਦੇ ਕਾਰਨ ਕੋਈ ਪਰਚਾ ਦਰਜ ਸੀਆਈਏ ਸਟਾਫ ਬਠਿੰਡਾ ਵੱਲੋਂ ਕੀਤਾ ਗਿਆ ਸੀ ਤੇ ਉੱਥੇ ਹੀ ਇਹ ਏਐਸਆਈ ਤੈਨਾਤ ਸੀ ਤੇ ਉਹਨੇ ਫਿਰ ਮਹਿਲਾ ਨੂੰ ਬਲੈਕਮੇਲ ਕਰਨਾ ਹੌਲੀ ਹੌਲੀ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਪੁੱਤਰ ਨੂੰ ਬਚਾ ਲਾਂਗਾ। ਤੇ ਫਿਰ ਮਹਿਲਾ ਨੇ ਦੱਸਿਆ ਕਿ ਉਸਨੇ ਉਹਨੂੰ ਇੱਕ ਵਾਰ ਬਠਿੰਡਾ ਦੇ ਵਿੱਚ ਕਿਤੇ ਬੁਲਾਇਆ ਤੇ ਉੱਥੇ ਉਹਦੇ ਨਾਲ ਜਬਰ ਜਨਾਹ ਕੀਤਾ ਗਿਆ ਤੇ ਫਿਰ ਉਸ ਵਿਧਵਾ ਔਰਤ ਨੂੰ ਹੋਰ ਜ਼ਿਆਦਾ ਪ੍ਰਤਾੜਿਤ ਕਰਨ ਦੇ ਲਈ ਜਿਹੜਾ ਏਐਸਆਈ ਸੀਗਾ ਤੇ ਉਹ ਦੱਸਿਆ ਕਿ ਉਹਨਾਂ ਦੇ ਘਰ ਆਉਣ ਦੀ ਜਿੱਦ ਕਰਨ ਲੱਗਿਆ ਰਾਤ ਨੂੰ। ਤੇ ਫਿਰ ਇਹ ਸਭ ਦੇਖ ਕੇ ਜਿਹੜੀ ਉਹ ਪੀੜਤ ਮਹਿਲਾ ਸੀ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਪਿੰਡ ਵਾਸੀਆਂ ਨੂੰ ਵੀ ਦੱਸਿਆ ਗਿਆ ਤੇ ਪਿੰਡ ਵਾਸੀਆਂ ਨੇ ਇਹ ਵੀ ਸੋਚਿਆ ਕਿ ਜੇ ਸਿੱਧੀ ਇਸ ਤਰ੍ਹਾਂ ਦੇ ਨਾਲ ਸ਼ਿਕਾਇਤ ਕੀਤੀ ਜਾਵੇਗੀ ਤਾਂ ਹੋ ਸਕਦਾ, ਕਿਉਂਕਿ ਬਹੁਤ ਸਾਰੇ ਮਾਮਲਿਆਂ ਨੂੰ ਨਾ ਪੁਲਿਸ ਦੱਬ ਲੈਂਦੀ ਹੈ। ਇਹ ਇਲਜ਼ਾਮ ਲੱਗਦੇ ਪੁਲਿਸ ਤੇ ਹਮੇਸ਼ਾ ਹੀ ਲੱਗਦੇ ਨੇ ਕਿ ਜਿੱਥੇ ਵੀ ਕਿਤੇ ਕਿਸੇ ਆਪਣੇ ਵਿਭਾਗ ਦੇ ਮੁਲਾਜ਼ਮ ਦੀ ਗੱਲਬਾਤ ਆ ਜਾਂਦੀ ਹੈ, ਗਲਤੀ ਆ ਜਾਂਦੀ ਹੈ, ਤਾਂ ਉਹ ਕੋਈ ਵੀ ਵਿਭਾਗ ਹੈ, ਚਾਹੇ ਪੁਲਿਸ ਵਿਭਾਗ ਹੈ ਚਾਹੇ ਹੋਰ ਕੋਈ ਵੀ ਵਿਭਾਗ ਹੈ, ਉਹ ਆਪਣੇ ਮੁਲਾਜ਼ਮ ਦੀ ਗਲਤੀ ਛੁਪਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕਰਦਾ ਜਾਂ ਉਹਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕਰਦਾ। ਪਰ ਇੱਥੇ ਕਾਬਲੇ ਤਾਰੀਫ ਹੈ ਜਿਹੜੇ ਪਿੰਡ ਵਾਸੀ ਨੇ, ਉਹਨਾਂ ਨੇ ਬਿਲਕੁਲ ਇੱਕ ਸੋਚ ਸਮਝ ਕੇ ਪਲਾਨ ਤਿਆਰ ਕੀਤਾ। ਉਹਨਾਂ ਨੇ ਕਿਹਾ ਮਹਿਲਾ ਨੂੰ ਕਿ ਠੀਕ ਹੈ, ਤੁਸੀਂ ਜਦੋਂ ਉਹ ਜਿੱਦ ਕਰ ਰਿਹਾ ਬੁਲਾਉਣ ਦੀ ਤੁਸੀਂ ਉਹਨੂੰ ਬੁਲਾਓ ਤੇ ਅਸੀਂ ਤੁਹਾਡੇ ਘਰ ਦੇ ਵਿੱਚ ਛੁਪ ਕੇ ਬੈਠਾਂਗੇ ਤੇ ਫਿਰ ਅਸੀਂ ਵੀਡੀਓ ਬਣਾਵਾਂਗੇ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕੀਤਾ ਜਾਏਗਾ। ਤੇ ਉਹ ਵੀਡੀਓ ਵੀ ਜਿਹੜੀ ਹੈ ਇੱਕ ਸਾਹਮਣੇ ਆਈ ਹੈ, ਹਾਲਾਂਕਿ ਉਹ ਦੇਖਣ ਯੋਗਤਾ ਨਹੀਂ ਹੈ ਕਿਉਂਕਿ ਉਹ ਏਐਸਆਈ ਜਿਹੜਾ ਨਗਨ ਹਾਲਤ ਦੇ ਵਿੱਚ ਉਸ ਵੀਡੀਓ ਦੇ ਵਿੱਚ ਦਿਖ ਰਿਹਾ ਤੇ ਫਿਰ ਉਹ ਰੋਂਦਾ ਵੀ ਦਿਖਾਈ ਦੇ ਰਿਹਾ, ਜਾਂ ਕਿ ਜਦੋਂ ਹੋ ਜਾਂਦਾ ਕਿ ਬੰਦੇ ਨੂੰ ਕਿ ਮੈਂ ਇਸ ਤਰੀਕੇ ਦੇ ਨਾਲ ਬੁਰਾ ਫਸ ਗਿਆ। ਤੇ ਪਰ ਜੋ ਚਿਹਰਾ ਇਸ ਵੇਲੇ ਦਿਖਾਇਆ ਗਿਆ ਸੀ ਉਹ ਉਸ ਚਿਹਰੇ ਤੋਂ ਬਿਲਕੁਲ ਉਲਟਾ ਚਿਹਰਾ ਇਸ ਏਐਸਆਈ ਦਾ ਸੀ ਪਹਿਲਾਂ, ਕਿਉਂਕਿ ਜਦੋਂ ਕਿਸੇ ਵਿਧਵਾ ਔਰਤ ਦਾ ਤੁਸੀਂ ਇਸ ਤਰੀਕੇ ਦੇ ਨਾਲ ਉਸਦੇ ਪੁੱਤਰ ਉਹਦਾ ਫਸਿਆ ਹੋਇਆ ਤੁਹਾਡੇ ਕੋਲ ਤੇ ਤੁਸੀਂ ਉਸ ਤਰੀਕੇ ਦੇ ਨਾਲ ਉਹਨੂੰ ਬਲੈਕਮੇਲ ਕਰਕੇ ਉਹਦਾ ਜਿਸਮਾਨੀ ਸ਼ੋਸ਼ਣ ਕਰਦੇ ਹੋ, ਉਦੋਂ ਤੁਹਾਨੂੰ ਤੁਹਾਡਾ ਜਿਹੜਾ ਜ਼ਮੀਰ ਸੀ ਉਹ ਕਿਉਂ ਨਹੀਂ ਜਾਗਿਆ? ਕਿਉਂ ਤੁਹਾਡੇ ਅੰਦਰ ਜਿਹੜਾ ਉਹ ਹਵਾਨ ਸੀ ਉਹ ਇੰਨਾ ਵੱਡਾ ਘਰ ਕਰ ਗਿਆ ਕਿ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਇਆ? ਬਿਲਕੁਲ। ਦੇਖੋ ਹੁਣ
ਇੱਕ ਤਾਂ ਉਹ ਜਿਹੜਾ ਉਕਤ ASI ਆ ਆਪਣੀ ਨੌਕਰੀ ਤੋਂ ਗਿਆ, ਕਿਉਂਕਿ ਪੁਲਿਸ ਵਿਭਾਗ ਨੇ ਉਹਨੂੰ ਆਪਣਾ ਬਰਖਾਸਤ ਕਰ ਦਿੱਤਾ ਨੌਕਰੀ ਤੋਂ। ਤੇ ਬਠਿੰਡਾ ਦਾ ਇਹ ਜ਼ਿਲ੍ਹੇ ਦਾ ਥਾਣਾ ਨਥਾਣਾ ਤੇ ਉੱਥੇ ਮਾਮਲਾ ਵੀ ਦਰਜ ਕੀਤਾ ਗਿਆ ਤੇ ਨਾਲ ਦੇਖੋ ਗ੍ਰਿਫਤਾਰੀ ਵੀ ਕੀਤੀ ਗਈ ਹੈ, ਕਿਉਂਕਿ ਇੱਕ ਵੱਡਾ ਪ੍ਰੂਫ ਹੋ ਜਾਂਦਾ ਜਦੋਂ ਵੀਡੀਓ ਵਾਲਾ ਜਿਹੜਾ ਪ੍ਰੂਫ ਆ ਜਾਂਦਾ, ਉਹ ਸਭ ਤੋਂ ਵੱਡਾ ਪ੍ਰੂਫ ਸੀ। ਤੇ ਜੇ ਕੋਈ ਇਸ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਤਾਂ ਵੀ ਨਹੀਂ ਬਚਾਇਆ ਜਾ ਸਕਦਾ ਸੀ। ਸੋ ਇਸ ਕਰਕੇ ਮੈਂ ਕਹੂੰਗਾ ਕਿ ਦੇਖੋ ਜਿਹੜੀ ਮਹਿਲਾ, ਉਹਦੀ ਵੀ ਹਿੰਮਤ ਦੀ ਆਪਾਂ ਦਾਤ ਦੇਣੀ ਪੈਣੀ ਆ ਕਿ ਇਸ ਤਰੀਕੇ ਦੇ ਨਾਲ ਜਦੋਂ ਜ਼ੁਲਮ ਉਹਦੇ ਤੇ ਹੋ ਰਿਹਾ ਸੀ ਤੇ ਉਹਨੇ ਆਵਾਜ਼ ਚੁੱਕੀ, ਜ਼ੁਲਮ ਸਹਿਆ ਨਹੀਂ ਤੇ ਜ਼ੁਲਮ ਦੇ ਖਿਲਾਫ ਉਹਨੇ ਆਵਾਜ਼ ਚੁੱਕੀ। ਤੇ ਪਿੰਡ ਵਾਸੀਆਂ ਦਾ ਵੀ ਜਿਹੜਾ ਜੋ ਸਹਿਯੋਗ ਮਹਿਲਾ ਨੂੰ ਮਿਲਿਆ, ਚਾਹੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲਿਆ, ਉਹ ਵੀ ਕਾਬਲੇ ਤਾਰੀਫ ਹੈ। ਤੇ ਇਸ ਤਰੀਕੇ ਦੇ ਨਾਲ ਇੱਕ ਜਿਹੜਾ ਬੇਹੱਦ ਸ਼ਰਮਨਾਕ ਕਰਤੂਤ ਵਾਲਾ ਜਿਹੜਾ ਇੱਕ ਇਹ ਮੁਲਾਜ਼ਮ ਸੀ, ਉਹਦਾ ਜਿਹੜਾ ਚਿਹਰਾ ਹੈ ਹਵਾਨੀਅਤ ਵਾਲਾ, ਉਹ ਲੋਕਾਂ ਦੇ ਦੁਨੀਆ ਦੇ ਸਾਹਮਣੇ ਆ ਚੁੱਕਿਆ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਮਹਿਲਾ ਨੇ ਹਿੰਮਤ ਦਿਖਾਈ ਹੈ, ਕਿਉਂਕਿ ਹੋਰ ਬਹੁਤ ਸਾਰੀਆਂ ਮਹਿਲਾਵਾਂ ਨੇ, ਲੜਕੀਆਂ ਨੇ ਸਾਡੇ ਪੰਜਾਬ ਦੀਆਂ, ਸਾਡੇ ਦੇਸ਼ ਦੀਆਂ, ਜਿਨ੍ਹਾਂ ਤੇ ਇਸ ਤਰ੍ਹਾਂ ਦੇ ਜ਼ੁਲਮ ਹੁੰਦੇ ਨੇ। ਬਹੁਤ ਸਾਰੇ ਮਾਮਲੇ ਹੁੰਦੇ ਨੇ ਜਿਹਦੇ ਵਿੱਚ ਬਲੈਕਮੇਲ ਕਰਕੇ ਜਾਂ ਤਾਂ ਉਹਨਾਂ ਤੋਂ ਪੈਸੇ ਲੁੱਟੇ ਜਾਂਦੇ ਆ ਜਾਂ ਉਹਨਾਂ ਦੀ ਇੱਜ਼ਤ ਦੇ ਨਾਲ ਇਸ ਤਰ੍ਹਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਸੋ ਸਾਡਾ ਵੀ ਅਸੀਂ ਵੀ ਅਪੀਲ ਇਹੀ ਕਰ ਰਹੇ ਹਾਂ ਕਿ ਜਿਹੜੀਆਂ ਹੋਰ ਮਹਿਲਾਵਾਂ ਜਾਂ ਹੋਰ ਪਰਿਵਾਰ ਨੇ ਜਿਨ੍ਹਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਅਫਸਰ ਜਾਂ ਕੋਈ ਮੁਲਾਜ਼ਮ ਜਾਂ ਕਿਸੇ ਹੋਰ ਵਿਭਾਗ ਦਾ ਮੁਲਾਜ਼ਮ ਬਲੈਕਮੇਲ ਕਰਕੇ ਇਸ ਤਰ੍ਹਾਂ ਦੇ ਨਾਲ ਜ਼ਬਰਦਸਤੀ ਕਰਦਾ, ਸੋ ਤੁਹਾਨੂੰ ਡਰਨ ਦੀ ਲੋੜ ਨਹੀਂ। ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ। ਇਹ ਨਹੀਂ ਕਿ ਕੋਈ ਪੁਲਿਸ ਮੁਲਾਜ਼ਮ ਆ ਤਾਂ ਉਹਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੋਣਾ, ਉਹ ਜੋ ਜੀ ਆਏ ਮਰਜ਼ੀ ਕਰੀ ਜਾਵੇ। ਸੋ ਇਹਦੀ ਇੱਕ ਉਦਾਹਰਨ ਇਹ ਵੀ ਹੈ। ਤੇ ਨਾਲ ਦੀ ਨਾਲ ਬਠਿੰਡਾ ਜ਼ਿਲ੍ਹਾ ਪੁਲਿਸ ਦਾ ਵੀ ਜਿਹੜਾ ਅਸੀਂ ਆਪਾਂ ਤਾਰੀਫ ਕਰਨੀ ਬਣਦੀ ਹੈ ਕਿ ਉਹਨਾਂ ਨੇ ਇੱਕਦਮ ਕੜਾ ਸਖਤ ਐਕਸ਼ਨ ਵੀ ਲਿਆ ਤੇ ਉਹਦੀ ਬਰਖਾਸਤਗੀ ਕੀਤੀ ਹੈ ਤੇ ਉਹਦੀ ਗ੍ਰਿਫਤਾਰੀ ਵੀ ਕੀਤੀ ਹੈ ਤੇ ਪਰਚਾ ਵੀ ਜਿਹੜਾ ਹੁਣ ਦਰਜ ਹੋਇਆ। ਸੋ ਇਹ ਇੱਕ ਤਰ੍ਹਾਂ ਦਾ ਇਹ ਆਪਾਂ ਕਹਿ ਦਈਏ ਕਿ ਜਿਹੜਾ ਇਸ ਵਿਧਵਾ ਮਹਿਲਾ ਨੇ ਹੌਸਲਾ ਦਿਖਾਇਆ ਤੇ ਉਹਨਾਂ ਮਹਿਲਾਵਾਂ ਨੂੰ ਜਿਹੜਾ ਇੱਕ ਸੰਦੇਸ਼ ਦਿੱਤਾ ਜਿਹੜੀਆਂ ਕਿ ਜ਼ੁਲਮ ਸਹਿੰਦੀਆਂ ਨੇ, ਡਰਦੀਆਂ ਨੇ, ਆਪਣੇ ਦਿਲ ਦੀ ਜਿਹੜੀ ਗੱਲ ਹੈ, ਜਿਹੜਾ ਡਰ ਹੈ, ਉਹ ਕਿਸੇ ਦੇ ਨਾਲ ਸਾਂਝਾ ਕਰਨ ਤੋਂ ਡਰਦੀਆਂ ਨੇ। ਸੋ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹੋਣਗੀਆਂ, ਉਹ ਵੀ ਹੁਣ ਸਾਹਮਣੇ ਆਉਣਗੀਆਂ ਤੇ ਆਪਣੀ ਇੱਜ਼ਤ ਦੀ ਤਾਂ ਰੱਖਿਆ ਕਰਨਗੀਆਂ। ਬਾਕੀ ਜਿਹੜਾ ਸਮਾਜ ਆ ਸਾਡਾ, ਉਹ ਸਮਾਜ ਨੂੰ ਵੀ ਜਿਹੜਾ ਖਤਰਾ ਸੀ ਇਸ ਤਰ੍ਹਾਂ ਦੇ ਹਵਾਨੀਅਤ ਭਰੇ ਚਿਹਰੇ ਵਾਲੇ ਮੁਲਾਜ਼ਮਾਂ ਤੋਂ, ਤੇ ਉਹਨਾਂ ਤੋਂ ਵੀ ਬਚਾ ਕਰਨਗੀਆਂ। ਸੋ ਇੱਕ ਬੇਹੱਦ ਜ਼ਰੂਰੀ ਸੀ। ਸੋ ਸਾਨੂੰ ਵੀ ਲੱਗਦਾ ਕਿ ਜਿਹੜੇ ਸਾਡੇ ਦਰਸ਼ਕ ਜੁੜੇ ਨੇ ਤੇ ਜੇਕਰ ਉਹ ਇਸ ਖਬਰ ਦੇ ਨਾਲ ਜਿਹੜੀ ਅਸੀਂ ਸਾਂਝੀ ਕੀਤੀ ਹੈ, ਕੋਈ ਸੁਝਾਅ ਜਾਂ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ ਜੀ। ਕਿਉਂਕਿ ਹੋ ਸਕਦਾ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੇ, ਕਿਉਂਕਿ ਅਸੀਂ ਦੇਖਿਆ ਕਿ ਜਿਹੜੇ ਪੁਲਿਸ ਦਾ ਜਿਹੜਾ ਰੋਪ ਹੁੰਦਾ ਹੈ ਜਾਂ ਉਹ ਕਿਸੇ ਤਰੀਕੇ ਦੇ ਨਾਲ, ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਹਾਨੂੰ ਡਰਾ ਕੇ ਧਮਕਾ ਕੇ ਤੁਹਾਡੇ ਤੋਂ ਪੈਸੇ ਲੁੱਟ ਲਏ ਜਾਂਦੇ ਆ ਜੀ, ਜਾਂ ਇਸ ਤਰ੍ਹਾਂ ਦੇ ਨਾਲ ਤੁਹਾਡੀ ਇੱਜ਼ਤ ਦਾ ਫਿਰ ਸੌਦਾ ਕੀਤਾ ਜਾਂਦਾ ਹੈ। ਬਿਲਕੁਲ। ਸੋ ਬੇਹੱਦ ਜ਼ਰੂਰੀ ਹੈ ਕਿ ਬੋਲਣਾ ਚਾਹੀਦਾ। ਗੁਰੂ ਸਾਹਿਬ ਨੇ ਵੀ ਕਿਹਾ ਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜਿਹੜਾ ਜ਼ੁਲਮ ਸਹਿਣਾ ਉਹ ਵੀ ਪਾਪ ਹੈ। ਸੋ ਜ਼ੁਲਮ ਦੇ ਖਿਲਾਫ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ। ਭੁੱਲ ਜਾਓ ਕਿ ਤੁਸੀਂ ਮਹਿਲਾ ਹੋ, ਲੜਕੀ ਹੋ, ਤੇ ਤੁਹਾਨੂੰ ਸੋਚਣਾ ਚਾਹੀਦਾ ਕਿ ਜਿਹੜਾ ਦੇਸ਼ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜੇਕਰ ਤੁਹਾਡੇ ਤੇ ਕੋਈ ਜ਼ੁਲਮ, ਤੁਹਾਡਾ ਕੋਈ ਸਰੀਰਕ ਸ਼ੋਸ਼ਣ, ਜ਼ਬਰਦਸਤੀ ਕਰਦਾ ਤਾਂ ਉਸ ਦੇ ਖਿਲਾਫ ਤੁਸੀਂ ਆਵਾਜ਼ ਚੁੱਕੋ ਤੇ ਅਗਲਾ ਕੰਮ ਹੈ ਜਿਹੜਾ ਉਹ ਕਾਨੂੰਨ ਦਾ ਹੋਏਗਾ ਤੇ ਕਾਨੂੰਨ ਉਸ ਉਕਤ ਮੁਲਜ਼ਮ ਨੂੰ ਉਹਦੀ ਬਣਦੀ ਸਜ਼ਾ ਜ਼ਰੂਰ ਦੇਵੇਗਾ। ਜੀ ਸੁਖਿੰਦਰ ਜੀ, ਕੁਝ ਗੱਲਾਂ ਜਿਹੜੀਆਂ ਐਡ ਆਨ ਕਰਨ ਵਾਲੀਆਂ ਨੇ। ਬੀਤੀ ਰਾਤ ਦੀ ਘਟਨਾ, ਜਿਹੜੀ ਇਹ ਘਟਨਾ ਵਾਪਰੀ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਜਿਹੜੀ ਕਾਰਵਾਈ ਹੈ ਤੁਸੀਂ ਦੱਸਿਆ ਕਿ ਅੱਜ ਕਰ ਦਿੱਤੀ ਹੈ। ਜਿਹੜੀ ਉਹ ਪੀੜਤ ਔਰਤ ਉਹਨਾਂ ਨੇ ਦੱਸਿਆ ਕਿ ਜਿਹੜਾ ਮਾਮਲਾ ਸੀ ਇਹ 2.5-3 ਮਹੀਨੇ ਪੁਰਾਣਾ ਮਾਮਲਾ ਸੀ, ਲਗਾਤਾਰ ਚੱਲਦਾ ਆ ਰਿਹਾ ਸੀ। ਕਈ ਵਾਰ ਜਬਰ ਜਨਾਹ ਆ ਜਿਹੜਾ ਹੋ ਚੁੱਕਿਆ ਸੀ ਤੇ ਹੁਣ ਜਿਹੜੀ ਬੀਤੀ ਰਾਤ ਉਹਨਾਂ ਨੇ ASI ਸੀਗੇ, ਉਹਨਾਂ ਨੇ ਜਿੱਦ ਕੀਤੀ ਕਿ ਘਰ ਆਉਣਾ ਤੇ ਉਸ ਤੋਂ ਬਾਅਦ ਦੇ ਸਾਰਿਆ ਕੁਝ ਜਿਹੜਾ ਕਿ ਮੇਰੇ ਸਹਿਯੋਗੀ ਰਾਓ ਜੀ ਨੇ ਦੱਸਿਆ ਉਹ ਸਾਰਾ ਵਾਪਰਿਆ ਤੇ ਅੱਜ ਜਿਹੜਾ ਉਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲਿਆ। ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੀ ਕਰ ਰਹੇ ਸੀਗੇ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਇਹ ਤੈਅ ਹੋਇਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਜਾਵੇ ਕਿ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ ਕੋਵਿਡ ਦੇ ਸੰਬੰਧੀ, ਜਿਸ ਦੇ ਵਿੱਚ
ਕਈ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹ ਆਰਥਿਕ ਮਹਾਮਾਰੀ ਨਾਲ ਜੁੜੇ ਹੋਣ, ਭਾਵੇਂ ਕਰੋਨਾ ਮਹਾਮਾਰੀ ਨਾਲ ਜੁੜੇ ਹੋਣ, ਉਹ ਜ਼ਰੂਰ ਚੁੱਕੇ ਜਾ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਲੋਕਾਂ ਦੇ ਆਰਥਿਕ ਤੌਰ ਤੇ ਕਮਜ਼ੋਰ ਹੋਏ ਨੇ, ਇਸ ਦੌਰਾਨ ਬੇਰੁਜ਼ਗਾਰ ਹੋਏ ਨੇ, ਜਿਨ੍ਹਾਂ ਨੂੰ ਆਰਥਿਕ ਤੌਰ ਤੇ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਨੂੰ ਜ਼ਰੂਰ ਕੈਪਟਨ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਇਸ ਦੌਰਾਨ ਹੋਰ ਕੀ ਕੁਝ ਕਿਹਾ ਦਲਜੀਤ ਸਿੰਘ ਚੀਮਾ ਹੋਰਾਂ ਨੇ, ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਪਾਰਟੀ ਦੀ ਇੱਕ ਉੱਚ ਪੱਧਰੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਹੈ, ਜਿਹਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਦੇ ਜਿਹੜੇ ਵੱਧ ਰਹੇ ਕੇਸ ਹੈ ਔਰ ਇਹਨਾਂ ਕੇਸਾਂ ਦੇ ਵਿੱਚ ਵੱਧ ਰਹੀ ਮੌਤਾਂ ਦੀ ਗਿਣਤੀ ਦੇ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਔਰ ਸਾਰੇ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਹਾਲਾਤ ਦੇ ਉੱਤੇ ਵਿਚਾਰ ਕਰਨ ਵਾਸਤੇ ਆਲ ਪਾਰਟੀ ਮੀਟਿੰਗ ਜਿਹੜੀ ਹੈ ਤੁਰੰਤ ਬੁਲਾਈ ਜਾਵੇ, ਤਾਂ ਜੋ ਫੀਲਡ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੇ, ਮਰੀਜ਼ਾਂ ਦੀਆਂ ਮੁਸ਼ਕਲਾਂ ਨੇ, ਵੱਖ-ਵੱਖ ਵਰਗਾਂ ਦੀਆਂ ਮੁਸ਼ਕਲਾਂ ਨੇ, ਉਹਦੇ ਤੇ ਬੈਠ ਕੇ ਕੋਈ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਉਹਨਾਂ ਸਮੱਸਿਆਵਾਂ ਦਾ ਕੋਈ ਹੱਲ ਕੱਢਿਆ ਜਾਵੇ। ਦੂਜਾ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਮਦਦ ਵਾਸਤੇ ਅੱਗੇ ਆ। ਆਰਥਿਕ ਤੌਰ ਦੇ ਉੱਤੇ ਲੋਕੀ ਟੁੱਟ ਚੁੱਕੇ ਆ, ਇਸ ਕਰਕੇ ਸਾਰੇ ਵਰਗਾਂ ਦੇ ਇੱਕ ਤਾਂ 6 ਮਹੀਨੇ ਦੇ ਬਿਜਲੀ ਦੇ ਬਿੱਲ, ਸੀਵਰੇਜ ਦੇ ਬਿੱਲ, ਵਾਟਰ ਸਪਲਾਈ ਦੇ ਬਿੱਲ, ਇਹਦੇ ਵਿੱਚ ਰਿਆਇਤ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਔਰ ਇੱਕ ਜਿਹੜੇ ਟੈਕਸੀ ਵਾਲੇ ਹੈ, ਰਿਕਸ਼ੇ ਵਾਲੇ ਹੈ, ਛੋਟੇ ਦੁਕਾਨਦਾਰ ਹੈ, ਇਸ ਤਰ੍ਹਾਂ ਦੇ ਹੋਰ ਵਰਕਰ ਹੈ ਜਿਨ੍ਹਾਂ ਦੀ ਆਮਦਨ ਬਹੁਤ ਬੁਰੀ ਤਰ੍ਹਾਂ ਅਫੈਕਟ ਹੋਈ ਹੈ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਾਇਕ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਕੰਪਨਸੇਟ ਕਰਨਾ ਚਾਹੀਦਾ। ਇਸੇ ਤਰ੍ਹਾਂ ਲੋਕੀ ਕਰਜ਼ੇ ਦੀਆਂ ਕਿਸ਼ਤਾਂ ਆਪਣੀਆਂ ਨਹੀਂ ਦੇ ਪਾ ਰਹੇ, ਉਹਨਾਂ ਕਰਜ਼ਿਆਂ ਨੂੰ ਅੱਗੇ ਪਾਉਣਾ ਚਾਹੀਦਾ ਹੈ ਔਰ ਵਿਆਜ ਦੇ ਵਿੱਚ ਮੁਆਫੀ ਜਿਹੜੀ ਹੈ ਉਹ ਗਵਰਨਮੈਂਟ ਨੂੰ ਦੇਣੀ ਚਾਹੀਦੀ ਹੈ। ਇੱਕ ਜਿਹੜੀ ਦਵਾਈਆਂ ਦੀ ਵੱਡੀ ਘਾਟ ਪੈਦਾ ਕਰਕੇ ਕਾਲਾ ਬਾਜ਼ਾਰੀ ਹੋ ਰਹੀ ਹੈ ਕਿ 2 ਨੰਬਰ ਦੇ ਵਿੱਚ ਤਾਂ ਉਹ ਦਵਾਈ ਹਜ਼ਾਰਾਂ ਰੁਪਏ 'ਚ ਮਿਲ ਜਾਂਦੀ ਹੈ, ਲੇਕਿਨ ਅਸਲੀ ਮਾਰਕੀਟ ਦੇ ਵਿੱਚ ਉਹਨੂੰ ਸ਼ੋਅ ਕੀਤਾ ਜਾਂਦਾ ਹੈ ਕਿ ਇਹ ਦਵਾਈ ਅਵੇਲੇਬਲ ਨਹੀਂ। ਇਹਨੂੰ ਚੈੱਕ ਕੀਤਾ ਜਾਵੇ ਔਰ ਜਿਹੜੇ ਲੋਕੀ ਇਸ ਧੰਦੇ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਦਿੱਤੀ ਜਾਵੇ। ਇੱਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਰੇਟ ਲੱਖਾਂ ਦੇ ਵਿੱਚ ਬਿੱਲ ਜਿਹੜੇ ਆ ਉਹ ਕੋਵਿਡ ਦੇ ਚਾਰਜ ਕੀਤੇ ਜਾ ਰਹੇ। ਇਹਨਾਂ ਰੇਟਾਂ ਨੂੰ ਗਵਰਨਮੈਂਟ ਰਿਵਿਊ ਕਰੇ, ਕਿਉਂਕਿ ਜਦੋਂ ਮਰੀਜ਼ ਹਸਪਤਾਲ ਨਾਲ ਗੱਲ ਕਰਦਾ ਉਹ ਸਰਕਾਰ ਦੀ ਲਿਸਟ ਕੱਢ ਕੇ ਅੱਗੇ ਰੱਖ ਦਿੰਦੇ ਕਿ ਸਰਕਾਰ ਨੇ ਰੇਟ ਫਿਕਸ ਕੀਤੇ ਹੋਏ, ਇਸ ਕਰਕੇ ਉਹ ਰੇਟ ਗਲਤ ਨੇ। ਸਰਕਾਰ ਉਹਦੇ ਵਿੱਚ ਸੁਧਾਰ ਕਰਕੇ ਜਿਹੜਾ ਤੁਰੰਤ ਕੋਈ ਫੈਸਲਾ ਲੈ। ਇੱਕ ਪ੍ਰਧਾਨ ਸਾਹਿਬ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਵਾ ਚੱਲ ਰਹੀ ਹੈ, ਘਰ ਘਰ ਲੰਗਰ ਸੇਵਾ ਵੱਖ-ਵੱਖ ਹਲਕਿਆਂ ਦੇ ਵਿੱਚ, ਉਹਨੂੰ ਰਿਵਿਊ ਕੀਤਾ ਔਰ ਜਿਨ੍ਹਾਂ ਹਲਕਿਆਂ ਦੇ ਵਿੱਚ ਸੇਵਾ ਚੰਗੀ ਚੱਲ ਰਹੀ ਹੈ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਹੈ ਔਰ ਜਿੱਥੇ ਹਾਲੇ ਸ਼ੁਰੂ ਨਹੀਂ ਹੋਈ ਉੱਥੇ ਕਰੋਨਾ ਮਰੀਜ਼ਾਂ ਨੂੰ ਘਰ ਘਰ ਖਾਣਾ ਪਹੁੰਚਾਉਣ ਵਾਸਤੇ ਹਦਾਇਤਾਂ ਵੀ ਪ੍ਰਧਾਨ ਸਾਹਿਬ ਨੇ ਦਿੱਤੀ। ਉਧਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਮੋਦੀ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਕਿ ਇਸ ਦੌਰਾਨ ਜਦ ਕਰੋਨਾ ਮਹਾਮਾਰੀ ਆਪਣੇ ਪੀਕ ਉੱਤੇ ਹੈ, ਜਦ ਲੋਕਾਂ ਨੂੰ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਦੀ ਲੋੜ ਹੈ, ਉਦੋਂ ਗਾਇਬ ਦਿਖ ਰਹੇ ਨੇ। ਉਹ ਭਾਵੇਂ ਗੱਲ ਕੈਪਟਨ ਸਰਕਾਰ ਦੀ ਹੋਵੇ, ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ, ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇ। ਇਸ ਦੌਰਾਨ ਉਹਨਾਂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਜਿਹੜੇ ਅੰਕੜੇ ਨੇ ਉਹ ਸਾਹਮਣੇ ਆ ਰਹੇ ਨੇ, ਉਹ ਵੀ ਪ੍ਰਸ਼ਾਸਨ ਤੋਂ ਜਿਹੜੀ ਰਾਏ ਹੈ ਮੰਗੀ ਹੈ, ਪ੍ਰਸ਼ਾਸਨ ਤੋਂ ਜਿਹੜੀ ਜਾਣਕਾਰੀ ਹੈ ਉਹ ਹਾਸਲ ਕੀਤੀ ਹੈ ਕਿ ਸੰਗਰੂਰ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਜਿਹੜੇ ਉਹ ਕੋਵਿਡ ਦੇ ਚ ਬਣੇ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਦੱਸਿਆ ਕਿ ਇੱਕ ਸਵਾਲ ਦੇ ਵਿੱਚ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਹੁਣ ਜਿਹੜੀ ਇਹ ਮਹਾਮਾਰੀ ਹੈ ਪਿੰਡਾਂ ਤੱਕ ਪਹੁੰਚ ਚੁੱਕੀ ਹੈ, ਤਾਂ ਉਹਨਾਂ ਨੇ ਕਿਹਾ ਕਿ ਜਦ ਇਹ ਮਹਾਮਾਰੀ ਪਿੰਡਾਂ ਤੱਕ ਪਹੁੰਚ ਚੁੱਕੀ ਹੈ ਤਾਂ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੱਜ ਰਹੇ ਨੇ। ਬਾਕੀ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ। ਕਿ ਸੰਗਰੂਰ ਜ਼ਿਲ੍ਹੇ ਦਾ ਕਰੋਨਾ ਦਾ ਜਿਹੜਾ ਸੰਕਟ ਹੈ ਉਹ ਕੀ ਆਪਣਾ ਹੱਥਾਂ ਚੋਂ ਲੰਘ ਤਾਂ ਨਹੀਂ ਰਿਹਾ, ਕਿ ਬੇਕਾਬੂ ਤਾਂ ਨਹੀਂ ਹੋ ਰਿਹਾ। ਸੋ ਫਿਲਹਾਲ ਜਿਹੜੀ ਮੇਰੇ ਕੋਲ ਰਿਪੋਰਟ ਹੈ ਉਹਦੇ ਵਿੱਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਪੂਰੇ ਦੇਸ਼ 'ਚ ਵੱਧ ਰਹੀ ਹੈ। ਪਰ ਸਾਡੇ ਕੋਲ ਆਕਸੀਜਨ ਜਿਹੜੀ ਹੈ 5 ਦਿਨ ਦੀ ਰਿਜ਼ਰਵ ਪਈ ਹੈ, ਡੀ ਸਾਹਿਬ ਨੇ ਮੈਨੂੰ ਦੱਸਿਆ। ਅਤੇ ਵੈਂਟੀਲੇਟਰ, ਕਿਉਂਕਿ ਵੈਂਟੀਲੇਟਰ ਨੂੰ
ਚਲਾਉਣ ਵਾਸਤੇ ਜਿਹੜੇ ਨੇ ਐਨਸਥੀਸੀਆ ਜਿਹੜੇ ਨੇ ਸਪੈਸ਼ਲਿਸਟ ਜਿਹੜੇ ਨੇ ਉਹ ਚਾਹੀਦੇ ਹੁੰਦੇ ਨੇ, ਉਹ ਸਾਡੇ ਕੋਲੇ ਹੈ ਨਹੀਂ। ਤੋ ਉਹਦੇ ਵਾਸਤੇ ਨੋਡਲ ਜ਼ਿਲ੍ਹਾ ਜਿਹੜਾ ਨੋਡਲ ਹਸਪੀਟਲ ਮੈਡੀਕਲ ਕਾਲਜ ਪਟਿਆਲਾ ਜਿਹੜਾ ਉਹ ਨੋਡਲ ਜਿਹੜਾ ਲੈਵਲ 3 ਦੇ ਪੇਸ਼ੈਂਟ ਨੇ ਉਹ ਉੱਥੇ ਰਿਕਮੈਂਡ ਕੀਤੇ ਜਾਂਦੇ ਨੇ। ਲੈਵਲ 2 ਵਾਸਤੇ 180 ਬੈੱਡ ਜਿਹੜੇ ਨੇ ਇੱਥੇ 120 ਜਿਹੜੇ ਨੇ ਉਹ ਸਿਵਲ ਹਸਪਤਾਲ ਸੰਗਰੂਰ 'ਚ ਨੇ, 60 ਧੂਰੀ 'ਚ ਨੇ, ਤੇ ਹਾਲਾਂਕਿ 20 ਮਲੇਰਕੋਟਲੇ 'ਚ ਵੀ ਨੇ। ਸੋ ਸਾਰੇ ਐਸਡੀਐਮਸ ਕੋਲੇ ਜਿਹੜੀ ਆਕਸੀਜਨ ਹੈ ਉਹਦੇ ਸਿਲੰਡਰ ਪਏ ਨੇ। ਕੋਈ ਪ੍ਰਾਈਵੇਟ ਹਸਪੀਟਲ 'ਚ ਵੀ ਜ਼ਰੂਰਤ ਪਵੇ, ਮੈਨੂੰ ਵੀ ਲੋਕਾਂ ਦੇ ਬਹੁਤ ਸਾਰੇ ਫੋਨ ਆਉਂਦੇ ਨੇ ਤੇ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਭੈਣਾਂ ਭਾਈਆਂ ਨੂੰ ਲੈ ਕੇ ਉਹ ਹਸਪੀਟਲ 'ਚ ਆਉਂਦੇ ਨੇ। ਜੇ ਕੋਈ ਦਿੱਕਤ ਆਉਂਦੀ ਹੈ ਤਾਂ ਮੈਂ ਵੀ ਪ੍ਰੋਵਾਈਡ ਕਰਾਉਣਾ। ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ, ਇਹ ਮੇਰਾ ਫਰਜ਼ ਬਣਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ। ਸੰਕਟ ਦੀ ਘੜੀ ਦੇ ਵਿੱਚ ਅਸੀਂ ਸੰਗਰੂਰ ਦੇ ਲੋਕਾਂ ਦੇ ਨਾਲ ਖੜਾਂਗੇ, ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ। ਔਰ ਜਿਹੜੇ ਅੰਕੜੇ ਨੇ ਮੈਂ ਡੇਲੀ ਜਿਹੜਾ ਉਹ ਹੈਲਥ ਮਿਨਿਸਟਰੀ ਨਾਲ ਅਪਡੇਟ ਹੁੰਦੇ ਹਾਂ ਅਸੀਂ ਸਾਰੇ ਐਮਪੀਜ਼ ਨੂੰ ਪੋਰਟਲ ਜਿਹੜਾ ਉਹਦੇ 'ਤੇ ਦਿੱਤਾ ਹੋਇਆ ਕਿ ਤੁਸੀਂ ਸਾਡੇ ਅੰਕੜੇ ਭੇਜੋ। ਕੋਈ ਚੀਜ਼ ਚਾਹੀਦੀ ਹੈ ਤਾਂ ਮੈਂ ਡੀ ਸਾਹਿਬ ਨੂੰ ਵੀ ਕਿਹਾ, ਐਮਪੀ ਲੈਟ 'ਚੋਂ ਵੀ ਦੇ ਸਕਦੇ ਹਾਂ ਜਿਹੜਾ ਕਰੋਨਾ ਦਾ ਕੋਈ ਇਕਵਿਪਮੈਂਟ ਚਾਹੀਦਾ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਇਹ ਚੱਲਦੀਆਂ ਰਹਿਣਗੀਆਂ। ਚਾਹੇ ਭਦੌੜ ਦਾ ਹਸਪਤਾਲ ਹੈ, ਚਾਹੇ ਬਰਨਾਲੇ ਦਾ ਹਸਪਤਾਲ ਹੈ, ਸੁਨਾਮ ਦਾ ਹਸਪਤਾਲ ਹੈ, ਚਾਹੇ ਸੰਗਰੂਰ ਦਾ ਹਸਪਤਾਲ ਹੈ, ਮਲੇਰਕੋਟਲੇ ਵਾਲਾ, ਮਤਲਬ ਤੁਸੀਂ ਦੇਖੋਗੇ ਕਿ ਜਿਹੜੇ ਸਪੈਸ਼ਲਿਸਟ ਨੇ ਉਹ ਇੱਥੇ ਹੈ ਹੀ ਨਹੀਂ ਸਾਡੇ ਕੋਲੇ। ਉਹ ਕਈ ਵਾਰੀ ਐਂ ਹੁੰਦਾ ਬਰਨਾਲੇ ਵਾਲਾ 2 ਦਿਨ ਬਰਨਾਲੇ ਕੰਮ ਕਰਦਾ, 3 ਦਿਨ ਜਾ ਕੇ ਭਦੌੜ ਕਰਦਾ ਜਾਂ ਕਿਤੇ ਤਪੇ ਕਰਦਾ। ਸੋ ਇਸ ਤਰ੍ਹਾਂ ਡੰਗ ਸਾਰੇ ਹੈ। ਇੱਕ ਪਾਸੇ ਤਾਂ ਘਰ ਨੌਕਰੀਆਂ ਦੀ ਗੱਲ ਕਰਦੇ ਸੀ, ਇੱਕ ਪਾਸੇ ਹੁਣ ਜਦੋਂ ਘਰ ਇੱਕ ਬਿਮਾਰੀ ਫੈਲ ਗਈ ਤਾਂ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਪ੍ਰਬੰਧ ਨਹੀਂ। ਸੋਸ਼ਲ ਮੀਡੀਆ ਤੇ ਸਿਹਤ ਮੰਤਰੀ ਕਹਿੰਦੇ ਨੇ ਕਿ ਪਿੰਡਾਂ 'ਚ ਵੱਧ ਰਿਹਾ ਹੈਗਾ ਹੁਣ, ਤਾਂ ਪਿੰਡਾਂ ਦੇ ਵਿੱਚ ਕੁਝ ਨਹੀਂ ਹੈਗੀ, ਸਿਰਫ ਨਾਕੇ ਲਾ ਕੇ ਕੁਝ ਲੋਕਾਂ ਨੂੰ ਚਲਾਉਣ ਦਾ ਡਰ ਦੇ ਮਾਰੇ ਟੈਸਟ ਕੀਤੇ ਜਾ ਰਹੇ, ਜਿੱਥੇ ਜ਼ਰੂਰਤ ਆ ਉੱਥੇ ਹੋ ਨਹੀਂ ਰਿਹਾ ਕੁਝ। ਚਿੰਤਾਜਨਕ ਹੈ ਬਹੁਤ ਗੱਲ ਇਹ ਕਿ ਪਿੰਡਾਂ ਦੇ ਵਿੱਚ ਇਹ ਜਿਹੜਾ ਕਰੋਨਾ ਦਾ ਸੰਕਟ ਆ ਉਹ ਜਾ ਵੜਿਆ। ਯੂਪੀ ਦੇ ਪਿੰਡਾਂ ਦੀਆਂ ਖਬਰਾਂ ਆ ਰਹੀਆਂ ਨੇ, ਹਰਿਆਣੇ ਦੇ ਪਿੰਡਾਂ ਦੀਆਂ ਖਬਰਾਂ ਆ ਰਹੀਆਂ ਨੇ, ਪੰਜਾਬ ਦੇ ਵੀ ਪਿੰਡਾਂ ਦੀਆਂ ਖਬਰਾਂ ਆ ਰਹੀਆਂ ਨੇ, ਸੰਗਰੂਰ ਜ਼ਿਲ੍ਹੇ ਦੇ ਵੀ ਪਿੰਡਾਂ 'ਚੋਂ ਮਤਲਬ ਇਹੋ ਜਿਹੀਆਂ ਮੌਤਾਂ ਦੀ ਖਬਰ ਆਈ ਹੈ ਜਿਹੜੀਆਂ ਕਿ ਹੋ ਸਕਦਾ ਪਿੰਡਾਂ ਵਾਲੇ ਲੋਕ ਇਹ ਕਹਿੰਦੇ ਹੁਣ ਕਿ ਟਾਈਫਾਈਡ ਹੋ ਗਿਆ ਸੀ, ਬੁਖਾਰ ਹੋ ਗਿਆ ਸੀ, ਫਿਰ ਸਾਹ ਜਾਂ ਘੁੱਟ ਗਿਆ, ਫਿਰ ਡੈਥ ਹੋ ਗਈ, ਕਿਉਂਕਿ ਉਹ ਫਿਰ ਚੈਕਿੰਗ ਦੀ ਘਾਟ ਹੈ। ਤਾਂ ਪਰ ਜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਇਹ ਮਹਾਮਾਰੀ ਜਿਹੜੀ ਪਹਿਲਾ ਜਿਹੜਾ ਸਟੇਜ ਸੀ ਇਹਦਾ, ਉਦੋਂ ਪਿੰਡਾਂ 'ਚ ਨਹੀਂ ਗਈ ਸੀ। ਜੇ ਪਿੰਡਾਂ 'ਚ ਗਿਆ ਤਾਂ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੋਊਗਾ। ਇਹਦੇ ਲਈ ਸਰਕਾਰ ਨੂੰ ਪ੍ਰੋਪਰ ਪ੍ਰਬੰਧ ਕਰਨੇ ਚਾਹੀਦੇ ਨੇ। ਇਹ ਨਹੀਂ ਹੈਗਾ ਕਿ ਜਿੱਥੇ 4 ਮਰ ਗਏ 5 ਮਰ ਗਏ ਉਦੋਂ ਬਾਅਦ ਤੁਸੀਂ ਭੇਜੋਗੇ ਉੱਥੇ ਡਾਕਟਰਾਂ ਨੂੰ। ਵੈਕਸੀਨ ਲਈ ਤੁਸੀਂ ਵੀ ਅਪੀਲ ਕਰੋਗੇ? ਲੋਕ ਵੈਕਸੀਨ ਵੀ ਨਹੀਂ ਲਵਾ ਰਹੇ, ਉਹ ਕਹਿੰਦੇ ਕੁਛ ਨਹੀਂ ਛੱਡੋ। ਨਹੀਂ, ਡੀ ਸਾਹਿਬ ਨੇ ਵੀ ਅੱਜ ਮੈਨੂੰ ਦੱਸਿਆ ਕਿ ਪਹਿਲਾਂ ਸਾਨੂੰ ਜਦੋਂ ਜਾਂਦੇ ਸੀ ਵੈਕਸੀਨ ਵਾਸਤੇ ਅਸੀਂ ਤਾਂ ਲੋਕ ਵਿਰੋਧ ਕਰਦੇ ਸੀ, ਪਰ ਹੁਣ ਲੋਕ ਆਪ ਆਉਣ ਲੱਗ ਗਏ। ਸੋ ਵੈਕਸੀਨ ਦੀ ਜਿਹੜੀ ਸਪੀਡ ਹੈ ਉਹ ਵਧੀ ਇੱਕ ਪਿਛਲੀ ਵਾਰ ਨਾਲੋਂ। ਮਾਨ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਇੱਕ ਲੋਕਾਂ ਨੇ ਪਾਇਆ ਵੀ ਮਾਨ ਸਾਹਿਬ ਕਰੋਨਾ ਦੇ ਟਾਈਮ ਤੇ ਗਾਇਬ ਰਹੇ ਨੇ, ਉਹ ਲੋਕਾਂ ਨੂੰ ਦਿਖ ਰਿਹਾ ਹੈ ਕਿੱਥੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਆ ਰਿਹਾ ਜੀ। ਨਹੀਂ ਜੀ, ਨਹੀਂ ਤਾਂ ਕੋਈ ਵਿਰੋਧੀ ਪਾਰਟੀ ਵਾਲੇ ਕੋਈ ਬਾਤ ਨਹੀਂ। ਮੈਂ ਤਾਂ ਨਾਲ ਖੜਾ, ਸਭ ਤੋਂ ਵੱਧ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਉਹ ਹਰ ਰੋਜ਼ ਆਕਸੀਜਨ ਬੁਲੇਟਿਨ, ਹਰ ਰੋਜ਼ ਕੇਜਰੀਵਾਲ ਜਿਹੜੇ ਆ ਉਹ ਹਸਪੀਟਲਾਂ ਜਾਂਦੇ ਨੇ, ਮਨੀਸ਼ ਸਿਸੋਦੀਆ, ਸਾਰੀ ਸਰਕਾਰ ਫਿਰਦੀ ਹੈ। ਮਤਲਬ ਜੇ ਗਾਇਬ ਹੈ ਤਾਂ ਨਰਿੰਦਰ ਮੋਦੀ ਹੈ, ਜੇ ਗਾਇਬ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਹੈ। ਜਿਹੜੇ ਆਪ ਦੇਖੋ ਲੋਕ ਲੜ ਰਹੇ ਆ। ਇੱਕ ਹੋਰ ਜਿਹੜੀ ਸਭ ਤੋਂ ਮਾੜੀ ਗੱਲ ਜਿਹੜੀ ਹੋ ਰਹੀ ਹੈ, ਆਹ ਹੈਗਾ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਵੇਲਾ। ਠੀਕ ਹੈ ਜੀ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ ਹੈ, ਕਰੋਨਾ ਤਾਂ ਨਹੀਂ ਦੇਖਦਾ ਨਾ ਕਿ ਕਿਹੜੀ ਪਾਰਟੀ ਦਾ ਬੰਦਾ ਮੈਂ ਇਹਨੂੰ ਹੋਊਂਗਾ ਜਾਂ ਉਹ। ਇਸ ਵਕਤ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਸੰਕਟ ਦੇ ਵਿੱਚ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ। ਕਾਂਗਰਸ ਕੀ ਕਰ ਰਹੀ ਹੈ? ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ, ਲੋਕ ਆਕਸੀਜਨ ਵਾਸਤੇ ਤੜਫੀ ਜਾਂਦੇ ਆ, ਲੋਕ ਸੜਕਾਂ 'ਤੇ ਧਰਨੇ ਦੇਈ ਜਾਂਦੇ ਆ। ਭਵਾਨੀਗੜ੍ਹ ਸਬਜ਼ੀ ਦੀ ਰੇਹੜੀ ਵਾਲੇ ਨੂੰ ਧੱਕੇਸ਼ਾਹੀ ਹੋਈ ਤਾਂ ਉਹਨੇ ਮਤਲਬ ਉਹਨਾਂ ਨੇ ਸਬਜ਼ੀ ਵਾਲਿਆਂ ਨੇ ਜਾਮ ਲਾਤਾ, ਤੇ ਕਾਂਗਰਸ ਵਾਲੇ ਕੀ ਕਰ ਰਹੇ ਨੇ? ਇਹ ਸਨ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਉੱਤੇ ਲਾਏ ਨੇ। ਇਸ ਤੋਂ ਇਲਾਵਾ ਅੱਜ ਇੱਕ ਖਬਰ ਹੈ ਜਿਹੜੀ ਉਹ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਖੌਫਨਾਕ ਹਾਦਸਾ ਹੋਇਆ, ਜਿਸ ਦੇ ਵਿੱਚ ਇੱਕ ਘਟਨਾ ਵਾਪਰੀ ਹੈ, ਜਿਸ ਦੇ ਵਿੱਚ ਇੱਕ ਏਜੰਟ ਵੱਲੋਂ ਇੱਕ ਪਰਿਵਾਰ ਉੱਤੇ ਹਮਲਾ ਕਰਵਾਇਆ ਗਿਆ ਜਾਂ ਹਮਲਾ ਕੀਤਾ ਗਿਆ। ਇਹ ਪੀੜਤ ਧਿਰ ਦਾ ਇਲਜ਼ਾਮ ਹੈ। ਇੱਕ ਵਿਅਕਤੀ ਇੱਕ ਏਜੰਟ ਉੱਤੇ ਲਾਇਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਜਿਹੜੇ ਕਿ ਹਸਪਤਾਲ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਜ਼ੇਰੇ ਇਲਾਜ ਨੇ। ਉਹਨਾਂ ਵਿਅਕਤੀਆਂ ਨੇ ਇਲਜ਼ਾਮ ਲਾਏ ਨੇ ਇੱਕ ਏਜੰਟ ਦੇ ਉੱਤੇ ਕਿ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਸਾਡੀ ਜਿਹੜੀ ਭੈਣ ਹੈ ਉਸ ਨੂੰ ਜਰਮਨ ਲੈ ਕੇ ਜਾਂਦਾ, ਉਸ ਤੋਂ ਬਾਅਦ ਉਸ ਦਾ ਮਾਨਸਿਕ ਤੇ ਸਰੀਰਕ ਜਿਹੜਾ ਸ਼ੋਸ਼ਣ ਕੀਤਾ ਜਾਂਦਾ, ਜਿਸ ਤੋਂ ਬਾਅਦ
ਇਸ ਦੀ ਜਿਹੜੀ ਸ਼ਿਕਾਇਤ ਕਰਨ ਤੇ ਬਾਵਜੂਦ ਵੀ ਉਹ ਨਹੀਂ ਹਟਦਾ ਤੇ ਇਸ ਅਜਿਹਾ ਵਤੀਰਾ ਜਿਹੜਾ ਲਗਾਤਾਰ ਜਾਰੀ ਰਹਿੰਦਾ ਤੇ ਹੁਣ ਉਸ ਵਿਅਕਤੀ ਨੇ ਜਿਹੜਾ ਪੰਜਾਬ ਪਹੁੰਚਣ ਤੋਂ ਬਾਅਦ ਉਹਨਾਂ ਦੇ ਜਿਹੜਾ ਪੂਰਾ ਪਰਿਵਾਰ ਹੈ ਉਸ ਦੇ ਵਿੱਚ ਉਹਨਾਂ ਦਾ ਪਿਤਾ ਤੇ ਉਹ ਮੁੰਡਾ ਜਿਹੜਾ ਨੌਜਵਾਨ ਮੁੰਡਾ ਹੈ ਉਹ ਸ਼ਾਮਲ ਹੈ। ਉਹਨਾਂ ਉੱਤੇ ਜਿਹੜੇ ਹਮਲਾ ਕਰਵਾਇਆ ਗਿਆ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਵਿਦੇਸ਼ ਜਾਣ ਵਾਲਿਆਂ ਲਈ ਜ਼ਰੂਰੀ ਖਬਰ ਹੈ, ਇਹ ਅਹਿਮ ਖਬਰ ਹੈ ਕਿ ਅਜੇ ਜਿਹੜੇ ਏਜੰਟ ਨੇ ਉਹਨਾਂ ਤੋਂ ਜ਼ਰੂਰ ਸੁਚੇਤ ਰਿਹਾ ਜਾਵੇ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਵਿਅਕਤੀਆਂ ਤੇ ਜਿਹੜਾ ਮਾਮਲਾ ਵੀ ਦਰਜ ਕਰ ਲਿਆ। ਇਸ ਤੋਂ ਇਲਾਵਾ ਇਹ ਇਲਜ਼ਾਮ ਨੇ ਜਿਹੜੇ ਉਹ ਏਜੰਟਾਂ ਉੱਤੇ ਲਗਾਤਾਰ ਅਜੇ ਇਲਜ਼ਾਮਬਾਜ਼ੀ ਦਾ ਦੌਰ ਹੈ ਜਿਹੜਾ ਲਗਾਤਾਰ ਲੱਗਦਾ ਰਹਿੰਦਾ ਪਰ ਹੁਣ ਜਿਹੜੀ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਵਿਅਕਤੀਆਂ ਉੱਤੇ ਜਿਹੜਾ ਮਾਮਲਾ ਦਰਜ ਕੀਤਾ। ਰਾਓ ਸਾਹਿਬ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਵਿਦੇਸ਼ ਜਾਣ ਦੇ ਚਾਹਵਾਨ ਨੇ ਪਰ ਜਦ ਅਜਿਹੇ ਮਾਮਲੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਜ਼ਰੂਰ ਸ਼ੰਕਾ ਦੇ ਘੇਰੇ ਦੇ ਵਿੱਚ ਜਿਹੜੇ ਪਹੁੰਚਾਉਣ ਵਾਲੇ ਨੇ ਇੱਕ ਤਰ੍ਹਾਂ ਦਾ ਸਾਧਨ ਬਣਦੇ ਆ ਏਜੰਟ। ਪਰ ਅਜਿਹੇ ਮਾਮਲਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ ਦੇਖੋ, ਜਿਹੜਾ ਤੁਸੀਂ ਇਹ ਗੁਰਦਾਸਪੁਰ ਦੀ ਘਟਨਾ ਬਿਆਨ ਕੀਤੀ ਹੈ ਤੇ ਇਹ ਤਾਂ ਦੇਖੋ ਵੱਖਰਾ ਹੀ ਮਾਮਲਾ ਦੇ, ਇੱਕ ਤਾਂ ਚੋਰੀ ਉੱਪਰੋਂ ਸੀਨਾ ਚੋਰੀ ਤੇ ਉਹ ਗੱਲ ਹੈ ਵੀ ਇੱਕ ਤਾਂ ਗਲਤੀ ਕੀਤੀ ਹੈ ਤੇ ਤੁਸੀਂ ਦੂਸਰਾ ਇੱਥੇ ਆ ਕੇ ਪੀੜਤ ਪਰਿਵਾਰ ਦੇ ਘਰ ਜਾ ਕੇ ਤੁਸੀਂ ਹਮਲਾ ਕਰਕੇ ਆਉਂਦੇ ਹੋ ਤੇ ਉੱਥੇ ਜ਼ਖਮੀ ਪਰਿਵਾਰਕ ਮੈਂਬਰਾਂ ਨੂੰ ਕਰਦੇ ਹੋ। ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜਾ ਉਹ ਏਜੰਟ ਹੈ ਜਿਹਨੇ ਹਮਲਾ ਕੀਤਾ ਜਾਂ ਜਿਹਨੇ ਪਹਿਲਾਂ ਉਹ ਸਾਰਾ ਸ਼ੋਸ਼ਣ ਕੀਤਾ ਹੈ ਤੇ ਉਸ ਨੂੰ ਕਾਨੂੰਨ ਤੇ ਪੁਲਿਸ ਦਾ ਤਾਂ ਕੋਈ ਡਰ ਹੀ ਨਹੀਂ ਹੈ। ਬਿਲਕੁਲ, ਇਸ ਤੋਂ ਪਤਾ ਇਹ ਲੱਗਦਾ ਕਿ ਉਹ ਜਿਹੜਾ ਏਜੰਟ ਆ ਤੇ ਹੋ ਸਕਦਾ ਕਿ ਉਹਦੀ ਪਹੁੰਚ ਉੱਪਰ ਤੱਕ ਹੋਵੇ ਜਾਂ ਉਹਦੇ ਲਿੰਕ ਕਾਫੀ ਵੱਡੇ ਬੰਦਿਆਂ ਦੇ ਨਾਲ ਹੋਣ ਦੀ ਇਹੀ ਕਾਰਨ ਹੈ ਕਿ ਜਿਹੜਾ ਉਹ ਨਾ ਕਾਨੂੰਨ ਤੋਂ ਡਰ ਰਿਹਾ ਨਾ ਪੁਲਿਸ ਤੋਂ ਡਰ ਰਿਹਾ ਤੇ ਇਸ ਤਰੀਕੇ ਦੇ ਨਾਲ ਜਾ ਕੇ ਪੀੜਤ ਪਰਿਵਾਰ ਹੈ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਕਿ ਉਕਤ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਹੋਵੇ ਤੇ ਫਿਰ ਉਹੀ ਟਰੈਵਲ ਏਜੰਟ ਉਸੇ ਘਰ ਦੇ ਵਿੱਚ ਜਾ ਕੇ ਉਹਨਾਂ ਦੀ ਕੁੱਟਮਾਰ ਕਰਾਵੇ। ਫਿਰ ਇਹ ਵਾਕਈ ਜਿਹੜੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਮਾਫ ਕਰਨਾ ਕਾਨੂੰਨ ਵਿਵਸਥਾ ਤੇ ਜਿਹੜੇ ਇਹ ਸਵਾਲ ਨੇ ਇਹ ਵੱਡੇ ਇਸ ਤਰ੍ਹਾਂ ਦੀਆਂ ਘਟਨਾਵਾਂ ਖੜੇ ਕਰ ਜਾਂਦੀਆਂ। ਫਿਰ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਕਿੱਥੇ ਆ। ਹੁਣ ਜੇਕਰ ਇਹ ਗੱਲ ਹੋ ਗਈ ਹੈ ਤਾਂ ਪਹਿਲਾਂ ਜਦੋਂ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਉਦੋਂ ਪੁਲਿਸ ਨੇ ਉਹ ਟਰੈਵਲ ਏਜੰਟ ਦੇ ਖਿਲਾਫ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ? ਜੇ ਕਾਰਵਾਈ ਸਮੇਂ ਰਹਿੰਦੇ ਕੀਤੀ ਹੁੰਦੀ ਤੇ ਸ਼ਾਇਦ ਆਹ ਨੌਬਤ ਆਉਣੀ ਹੋ ਨਾ ਤੇ ਉਸ ਨੂੰ ਵੀ ਕਿਤੇ ਲੱਗ ਰਿਹਾ ਸੀਗਾ ਕਿ ਪੁਲਿਸ ਹੈ ਜਿਹੜੀ ਉਹ ਕਾਰਵਾਈ ਨਹੀਂ ਕਰ ਰਹੀ ਤੇ ਉਹਨੇ ਹੋਰ ਉਲਟਾ ਪਰਿਵਾਰ ਨੂੰ ਡਰਾਉਣ ਦੇ ਲਈ ਇਹ ਜਿਹੜਾ ਉਹਨਾਂ ਦੇ ਘਰ ਤੁਸੀਂ ਦੱਸ ਰਹੇ ਹੋ ਕਿ ਹਮਲਾ ਕਰ ਦਿੱਤਾ ਜਾ ਕੇ ਤੇ ਇਹ ਇਸ ਤਰ੍ਹਾਂ ਦੀ ਘਟਨਾ ਤੇ ਸਵਾਲ ਖੜੇ ਕਰਦਾ ਗੁਰਦਾਸਪੁਰ ਜ਼ਿਲ੍ਹਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਕਿ ਜਿਹੜੀ ਇਸ ਵੇਲੇ ਕਾਨੂੰਨ ਵਿਵਸਥਾ ਉਹ ਕਿੱਥੇ ਕਿ ਖੜੀ ਹੈ, ਕਿੰਨੀ ਕੁ ਤਕੜੀ ਹੈ ਸਾਡੀ ਕਾਨੂੰਨ ਵਿਵਸਥਾ। ਸਾਨੂੰ ਪਤਾ ਲੱਗ ਜਾਂਦਾ ਇਸ ਤਰ੍ਹਾਂ ਦਾ ਕਿ ਜਦੋਂ ਇੱਕ ਬੰਦੇ ਤੇ ਦੋਸ਼ ਲੱਗ ਰਹੇ ਹੋਣ ਤੇ ਉਹ ਜਿਹੜਾ ਬੰਦਾ ਇਨਸਾਫ ਪੀੜਤ ਧਿਰ ਹੋਵੇ ਦੋਸ਼ ਲੱਗਣ ਤੋਂ ਬਾਅਦ ਵੀ ਉਹ ਜਿਹੜਾ ਮੁਲਜ਼ਮ ਹੈ ਘਰ ਜਾ ਕੇ ਉਹਨਾਂ ਤੇ ਪਰਿਵਾਰ ਤੇ ਹਮਲਾ ਕਰਿਆ ਆਵੇ ਤੇ ਫਿਰ ਵਾਕਈ ਪੁਲਿਸ ਤੇ ਵੀ ਜਿਹੜੇ ਨੇ ਸਵਾਲ ਖੜੇ ਤਾਂ ਹੁੰਦੇ ਨੇ। ਪਰ ਜਿਹੜੀ ਬਾਕੀ ਗੱਲ ਇਹ ਹੈ ਕਿ ਰੁਝਾਨ ਹੀ ਇੰਨਾ ਜਿਹੜਾ ਵੱਧ ਗਿਆ ਵਿਦੇਸ਼ਾਂ ਦੇ ਵਿੱਚ ਜਾਣ ਦਾ ਤੇ ਲੋਕ ਵੀ ਕੀ ਕਰਨ, ਨੌਜਵਾਨ ਵੀ ਕੀ ਕਰਨ, ਕਿਉਂਕਿ ਨੌਜਵਾਨ ਮਿਹਨਤ ਕਰਦੇ ਨੇ, ਪੜ੍ਹਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਕਿ ਚੰਗੀਆਂ ਨੌਕਰੀਆਂ ਮਿਲਣਗੀਆਂ। ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਸ ਪਾਰਟੀ ਦੇ ਜਿਹੜੇ ਆਗੂ ਹੁੰਦੇ ਨੇ ਕਿੰਨਾ ਦਾਅਵਾ ਕਰਦੇ ਆ ਕਿ ਅਸੀਂ ਇੰਨੇ ਲੱਖ ਇੰਨੇ ਕਰੋੜ 5 ਸਾਲਾਂ ਦੇ ਵਿੱਚ ਨੌਕਰੀਆਂ ਨੌਜਵਾਨਾਂ ਨੂੰ ਦੇ ਦਾਂਗੇ ਤੇ ਪਰ ਮਿਲਦਾ ਕੀ ਹੈ? ਉਹੀ ਮਸਾਂ ਸੈਂਕੜੇ ਹਜ਼ਾਰਾਂ ਕੁ ਨੂੰ ਨੌਕਰੀ ਮਿਲਦੀ ਹੈ ਤੇ ਬਾਕੀ ਜਿਹੜੇ ਲੱਖਾਂ ਕਰੋੜ ਨੇ ਉਹ ਫਿਰ ਬੇਰੁਜ਼ਗਾਰ ਹੋ ਜਾਂਦੇ। ਸੋ ਇਸ ਕਰਕੇ ਬੇਹੱਦ ਜ਼ਰੂਰੀ ਹੈ, ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਚਾਹੇ ਉਹ ਦੇਸ਼ ਦੀ ਸਰਕਾਰ ਹੋਵੇ, ਜਿਹੜੇ ਸਾਡਾ ਸਿਸਟਮ ਹੈ ਇਹਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਜਿਹੜੇ ਸਾਡੇ ਨੌਜਵਾਨ ਨੇ, ਚੰਗੇ ਪੜ੍ਹੇ ਲਿਖੇ ਨੇ, ਚੰਗੇ ਵੱਡੇ ਇੰਜੀਨੀਅਰ ਨੇ, ਵੱਡੇ ਡਾਕਟਰ ਨੇ, ਉਹ ਸਾਡੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕਣ। ਹੁਣ ਤੁਸੀਂ ਦੇਖਦੇ ਹੋ ਆਪਾਂ ਹਰ ਰੋਜ਼ ਦੇਖਦੇ ਹਾਂ ਕਿ ਜਿੰਨੇ ਵੀ ਭਾਰਤ ਦੇ ਵਿੱਚ ਚੰਗੇ ਨੌਜਵਾਨ ਲੜਕੇ ਲੜਕੀਆਂ ਨੇ, ਕੋਈ ਟੌਪ ਦਾ ਇੰਜੀਨੀਅਰ ਆ, ਕੋਈ ਕਿਸੇ ਨੇ ਡਾਕਟਰੀ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਪੜ੍ਹਾਈ ਦੇ ਵਿੱਚ, ਕੋਈ ਹੋਰ ਕਿਸੇ ਵਿਸ਼ੇ ਦੇ ਵਿੱਚ, ਕੋਈ ਕੈਮਿਸਟ ਦੇ ਵਿੱਚ ਕੋਈ ਚੰਗਾ ਹੈ ਤੇ ਕੋਈ ਜੀਓਲੋਜੀ ਦੇ ਵਿੱਚ ਚੰਗਾ ਹੈ ਤੇ ਇਹ ਜਿਹੜੀਆਂ ਸਾਰੀ ਕਰੀਮ ਹੈ ਇਹ ਕਿੱਥੇ ਜਾਂਦੀ ਹੈ? ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ। ਬਿਲਕੁਲ ਬਗਾਇਆ ਹੋਣਾ ਇਹ ਚਾਹੀਦਾ ਸੀ ਕਿ
ਦੇਸ਼ ਦੀਆਂ ਸਰਕਾਰਾਂ, ਸੂਬੇ ਦੀਆਂ ਸਰਕਾਰਾਂ ਇਸ ਤਰ੍ਹਾਂ ਦੇ ਜਿਹੜੇ ਹੋਣਹਾਰ ਨੌਜਵਾਨ ਨੇ ਉਹਨਾਂ ਨੂੰ ਇੱਥੇ ਹੀ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਪ੍ਰਦਾਨ ਕਰਨ ਤੇ ਫਿਰ ਉਹ ਜਿਹੜਾ ਬਾਹਰ ਜਾਣ ਦੀ ਨਾ ਸੋਚਣ। ਤੇ ਬਾਕੀ ਜਿਹੜਾ ਸਿਸਟਮ ਹੈ, ਸਿਸਟਮ ਨੂੰ ਅਸੀਂ ਹਰ ਵੇਲੇ ਗੱਲ ਕਰਦੇ ਹਾਂ ਕਿ ਸਿਸਟਮ ਬਦਲਿਆ ਜਾਣਾ ਚਾਹੀਦਾ, ਸਿਸਟਮ ਦੇ ਵਿੱਚ ਆਹ ਕਮੀਆਂ ਨੇ ਇਹ ਦੂਰ ਹੋਣੀਆਂ ਚਾਹੀਦੀਆਂ। ਦੇਖੋ ਗੱਲਾਂ ਬਹੁਤ ਹੁੰਦੀਆਂ ਨੇ ਪਰ ਜਿਹੜਾ ਸਿਸਟਮ ਚੇਂਜ ਕਰ, ਕਿਉਂਕਿ ਜਿਹੜੇ ਲਾਅ ਮੇਕਰ ਹੁੰਦੇ ਨੇ ਚਾਹੇ ਉਹ ਵਿਧਾਇਕ ਨੇ ਚਾਹੇ ਉਹ ਸੰਸਦ ਮੈਂਬਰ ਨੇ, ਸਿਸਟਮ ਉਹਨਾਂ ਨੇ ਚੇਂਜ ਕਰਨਾ ਜਿਹੜੇ ਲੋਕਾਂ ਨੇ ਚੁਣ ਕੇ ਅੱਗੇ ਆਪਣੇ ਨੁਮਾਇੰਦੇ ਬਣਾ ਕੇ ਭੇਜੇ ਹੁੰਦੇ ਨੇ। ਤੇ ਫਿਰ ਉਹ ਜਦੋਂ ਕੁਰਸੀਆਂ ਤੇ ਬੈਠ ਜਾਂਦੇ ਆ ਤੇ ਫਿਰ ਉਹ ਜਿਹੜਾ ਸਿਸਟਮ ਹੈ, ਜਿਹੜਾ ਕਾਨੂੰਨ ਆ ਇਸ ਤਰ੍ਹਾਂ ਬਣਾਉਂਦੇ ਉਹ ਆਪਣੇ ਹਿਸਾਬ ਦੇ ਨਾਲ ਤਾਂ ਜੋ ਉਹਨਾਂ ਨੂੰ ਫਾਇਦਾ ਹੋਵੇ, ਜ਼ਿਆਦਾ ਰਾਜਨੀਤਿਕ ਪਾਰਟੀਆਂ ਨੂੰ ਜ਼ਿਆਦਾ ਫਾਇਦਾ ਹੋਵੇ। ਹੁਣ ਦੇਖੋ ਅਸੀਂ ਹਰ ਵਾਰ ਗੱਲ ਕਰ ਲੈਂਦੇ ਆ ਕਿ ਜਿਹੜਾ ਇੱਕ ਵਾਰ MLA ਬਣ ਜਾਂਦਾ ਤੇ ਉਹ ਇੱਕ ਵਾਰ ਦੀ ਪੈਨਸ਼ਨ ਲੱਗ ਜਾਂਦੀ ਹੈ, ਦੂਸਰੀ ਵਾਰ ਬਣ ਗਿਆ ਫਿਰ ਦੂਸਰੀ ਵਾਰ ਦੀ ਫੇਰ ਪੈਨਸ਼ਨ ਲੱਗ ਜਾਂਦੀ ਹੈ, ਤੀਸਰੀ ਵਾਰ ਬਣ ਗਿਆ ਤੇ ਫੇਰ ਪੈਨਸ਼ਨ ਲੱਗ ਜਾਂਦੀ ਹੈ। ਫਿਰ ਇਸ ਹਿਸਾਬ ਨਾਲ ਤਾਂ ਬਾਦਲ ਸਾਹਿਬ ਕਿੰਨੀ ਵਾਰ ਬਣੇ ਹੋਏ ਆ ਤੇ ਉਹਨਾਂ ਦੇ ਕੋਲ ਤਾਂ ਪਤਾ ਨਹੀਂ ਕਿੰਨੀ ਕੁ ਪੈਨਸ਼ਨ ਆਉਂਦੀ ਹੋਣੀ ਹੈ ਹਰ ਮਹੀਨੇ। ਸੋ ਇਹ ਗਲਤ ਚੀਜ਼ਾਂ ਨੇ। ਤੇ ਜਿਸ ਤਰੀਕੇ ਦੇ ਨਾਲ ਬਾਕੀ ਮੁਲਾਜ਼ਮਾਂ ਦੀ ਪੈਨਸ਼ਨ ਲੱਗਦੀ ਆ ਕਿ ਇੱਕ ਨੌਕਰੀ ਕੀਤੀ ਹੁੰਦੀ ਹੈ, ਜ਼ਿੰਦਗੀ ਦੇ 30-35 ਜਾਂ 30 ਸਾਲ ਜਿਹੜੇ ਉਹ ਸੇਵਾ 'ਚ ਦਿੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸੇ ਦੇ ਆਧਾਰ ਤੇ ਪੈਨਸ਼ਨ ਲੱਗ ਜਾਂਦੀ ਹੈ। ਪਰ ਹੁਣ ਤਾਂ ਸਰਕਾਰ ਪੈਨਸ਼ਨ ਵੀ ਖਤਮ ਕਰ ਰਹੀ ਹੈ, ਪੈਨਸ਼ਨ ਦੀ ਪਾਲਿਸੀ ਉਹ ਚੱਕਣ ਜਾ ਰਹੀ ਹੈ। ਇਹ ਵੀ ਇੱਕ ਫਿਰ ਵੱਡਾ ਸਵਾਲ ਹੋ ਜਾਊਗਾ ਕਿ ਜੇਕਰ ਮੁਲਾਜ਼ਮਾਂ ਦੀ ਪੈਨਸ਼ਨ ਚੱਕੀ ਜਾ ਰਹੀ ਹੈ ਤਾਂ ਕੀ ਫਿਰ ਜਿਹੜੇ ਵਿਧਾਇਕ ਬਣਦੇ ਉਹਨਾਂ ਦੀ ਪੈਨਸ਼ਨ ਵੀ ਚੱਕਣਗੇ? ਪਰ ਨਹੀਂ, ਗੱਲ ਉਹੀ ਹੈ ਕਿ ਜਿਹੜੇ ਲਾਅ ਮੇਕਰ ਨੇ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਲਾਅ ਮੇਕਰ ਲੋਕਾਂ ਦੇ ਚੁਣੇ ਹੋਏ ਸਿਸਟਮ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਫਿਰ ਲੋਕਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਦੁਬਾਰਾ ਤੁਸੀਂ ਮੌਕਾ ਨਾ ਦਿਓ, ਕਿਉਂਕਿ ਤੁਸੀਂ 5 ਸਾਲ ਉਹਨਾਂ ਨੂੰ ਦੇ ਕੇ ਦੇਖ ਲਿਆ। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਚੇਂਜ ਹੋਈ, ਕੁਝ ਨਹੀਂ ਬਦਲਿਆ, ਕੁਝ ਚੰਗਾ ਨਹੀਂ ਹੋਇਆ ਤਾਂ ਫਿਰ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਅਗਲੀ ਜਿਹੜੀ ਟਰਮ ਆ ਰਹੀ ਹੈ 5 ਸਾਲਾਂ ਦੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਅਸੀਂ ਆਗੂ ਚੁਣ ਕੇ ਲੈ ਕੇ ਆਉਨੇ ਆ। ਸੋ ਘੁੰਮਦੀ ਘਮਾਉਂਦੀ ਗੱਲ ਇੱਥੇ ਆ ਗਈ ਹੈ। ਗੱਲ ਆਪਣੀ ਟਰੈਵਲ ਏਜੰਟ ਤੋਂ ਸ਼ੁਰੂ ਹੋਈ ਸੀ। ਸੋ ਇਹ ਵੀ ਇੱਕ ਬਹੁਤ ਵੱਡਾ ਰੈਕਟ ਬਣਦਾ ਜਾ ਰਿਹਾ ਟਰੈਵਲ ਏਜੰਟੀ ਦਾ ਵੀ। ਅਸੀਂ ਦੇਖਦੇ ਹਾਂ ਕਿ ਬਹੁਤ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਚਾਹ ਹੁੰਦਾ ਹੈ ਜੇ ਕੋਈ ਵੀ ਨੌਜਵਾਨ ਲੜਕਾ ਲੜਕੀ ਏਜੰਟ ਕੋਲ ਜਾਂਦਾ ਉਹ ਉਹਨੂੰ ਉਦੋਂ ਹੀ ਸਬਜ਼ ਬਾਗ ਬਣਾ ਕੇ ਉਹਦੇ ਸਾਹਮਣੇ ਤਸਵੀਰ ਐਸੀ ਪੇਸ਼ ਕਰ ਦਿੰਦਾ ਕਿ ਮੈਂ ਤਾਂ ਜੀ ਕੈਨੇਡਾ ਗਿਆ ਹੀ ਸਮਝੋ, ਬਸ ਮਹੀਨੇ ਕੁ ਦੀ ਗੱਲ ਹੈ, ਇਸ ਬੰਦੇ ਨੇ ਤਾਂ ਮੇਰਾ ਕੰਮ ਕਰਾ ਦੇਣਾ। ਫਿਰ ਉਹ ਜਿੰਨੇ ਪੈਸੇ ਮੰਗਦਾ ਉਨੇ ਹੀ ਦੇਣ ਨੂੰ ਤਿਆਰ ਹੋ ਜਾਂਦੇ ਨੇ, ਬਜਾਏ ਇਸ ਦੇ ਕਿ ਤੁਹਾਨੂੰ ਪੜਤਾਲ ਕਰਨੀ ਚਾਹੀਦੀ ਹੈ, ਉਹਦਾ ਟਰੈਕ ਰਿਕਾਰਡ ਦੇਖਣਾ ਚਾਹੀਦਾ ਹੈ ਟਰੈਵਲ ਏਜੰਟ ਦਾ ਕਿ ਕਿੰਨੇ ਕੁ ਉਹਨੇ ਵੀਜ਼ੇ ਲਾਏ ਨੇ, ਉਹਦੀ ਪਰਸੈਂਟੇਜ ਸਕਸੈਸ ਵਾਲੀ ਕਿੰਨੀ ਆ, ਕਿੰਨੇ ਕੁ ਸਫਲਤਾਪੂਰਵਕ ਦੇ ਨਾਲ ਉਹਨੇ ਵੀਜ਼ੇ ਲਵਾ ਕੇ ਦਿੱਤੇ ਨੇ ਤੇ ਜਿਹੜੇ ਲੋਕ ਗਏ ਵੀ ਨੇ ਬਾਹਰ ਉਸ ਟਰੈਵਲ ਏਜੰਟ ਨੇ ਭੇਜੇ ਵੀ ਨੇ ਤੇ ਉਹ ਕਿਸ ਤਰੀਕੇ ਨਾਲ ਠੀਕ ਠਾਕ ਰਹਿ ਰਹੇ ਨੇ। ਸੋ ਕਿਸੇ ਨੂੰ ਵੀ ਦੇਖੋ, ਕੋਈ ਤਾਂ ਜ਼ਮੀਨ ਵੇਚ ਕੇ ਪੈਸੇ ਲਾ ਰਿਹਾ ਤੇ ਕੋਈ ਆਪਣੇ ਬੇਬੇ ਬਾਪੂ ਦੇ ਜਿਹੜੇ ਮਿਹਨਤ ਨਾਲ ਇਕੱਠੇ ਕੀਤੇ ਹੁੰਦੇ ਆ ਪੈਸੇ ਉਹਨਾਂ ਚੋਂ ਚੱਕ ਕੇ ਲਾ ਰਿਹਾ। ਸੋ ਦੇਖੋ ਇਹ ਤਾਂ ਹੈ ਨਹੀਂ ਕਿ ਜਿਹੜੇ ਆਮ ਲੋਕ ਨੇ ਉਹਨਾਂ ਕੋਲ 2 ਨੰਬਰ ਦੀ ਕਮਾਈ ਤਾਂ ਨਹੀਂ ਹੁੰਦੀ, ਜਾਂ ਤਾਂ ਉਹਨਾਂ ਨੇ ਕੁਝ ਆਪਣੀ ਪ੍ਰਾਪਰਟੀ ਵੇਚੀ ਹੁੰਦੀ ਹੈ ਜਾਂ ਉਹਨਾਂ ਨੇ ਮਿਹਨਤ ਕਮਾਈ ਦੇ ਨਾਲ 30-40 ਸਾਲ ਕੰਮ ਕਰਕੇ ਉਹ ਪੈਸੇ ਜੋੜੇ ਹੁੰਦੇ ਨੇ। ਸੋ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਜੇਕਰ ਉਹਨਾਂ ਦਾ ਪਰਿਵਾਰ ਪੈਸੇ ਲਾਉਣ ਜੋਗਾ ਹੈਗਾ, ਚਾਹੇ ਉਹ ਕਰਜ਼ ਲੈ ਕੇ ਲਾ ਰਿਹਾ, ਚਾਹੇ ਪ੍ਰਾਪਰਟੀ ਵੇਚ ਕੇ ਲਾ ਰਿਹਾ, ਚਾਹੇ ਉਹ ਪਰਿਵਾਰ ਕੋਲ ਪਏ ਨੇ, ਇੱਕ ਪੈਸਾ ਤੁਹਾਨੂੰ ਸੋਚ ਸਮਝ ਕੇ ਵਰਤਣਾ ਚਾਹੀਦਾ। ਦੇਖੋ ਹੁਣ ਤਾਂ ਤੁਹਾਡੇ ਕੋਲ ਸੋਸ਼ਲ ਮੀਡੀਆ, ਇੰਟਰਨੈਟ ਹੈਗਾ, ਇੰਟਰਨੈਟ ਤੇ ਤੁਸੀਂ ਕਿਤੇ ਕੋਈ ਵੀ ਜਾਣਕਾਰੀ ਗੂਗਲ ਤੇ ਜਾ ਕੇ ਤੁਸੀਂ ਬੜੀ ਆਸਾਨੀ ਦੇ ਨਾਲ ਚੈੱਕ ਕਰ ਸਕਦੇ ਹੋ। ਸੋ ਮੇਰੀ ਤਾਂ ਇਹੀ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਜਾਂਦੇ ਹੋ, ਦੇਖੋ ਪਹਿਲਾਂ ਹੀ ਗੱਲ ਤਾਂ ਇਹ ਹੈ ਕਿ ਕਦੇ ਵੀ 2 ਨੰਬਰ ਦਾ ਰਸਤਾ ਤੁਸੀਂ ਇਖਤਿਆਰ ਨਾ ਕਰੋ। ਬਿਲਕੁਲ ਸਹੀ ਗੱਲ। ਅਸੀਂ ਦੇਖਦੇ ਹਾਂ ਕਿ ਕਿੰਨੇ ਆ ਇੱਥੋਂ ਨੌਜਵਾਨ ਟਰੈਵਲ ਏਜੰਟ ਚਾੜ ਦਿੰਦੇ ਆ ਪੈਸੇ 18 35 ਲੱਖ ਰੁਪਇਆ ਲੈ ਕੇ ਮੈਕਸੀਕੋ ਉਤਾਰ ਦਿੰਦੇ ਨੇ, ਮੈਕਸੀਕੋ ਚ ਫਿਰ ਲੰਘੀ ਜਾਂਦੇ ਆ ਉੱਥੇ, ਕਈਆਂ ਨੂੰ ਤਾਂ ਮੈਕਸੀਕੋ ਤੋਂ ਵੀ ਥੱਲੇ ਅਫਰੀਕਾ ਦੇ ਵਿੱਚ ਉਤਾਰ ਦਿੰਦੇ ਆ, ਫਿਰ ਐਮਾਜ਼ਨ ਦੇ ਜੰਗਲ ਲੰਘਣੇ ਪੈਂਦੇ ਆ ਉਹਨਾਂ ਨੂੰ, ਫਿਰ ਮੈਕਸੀਕੋ ਜਾ ਕੇ ਫਿਰ ਉਹ ਸਰਹੱਦ ਪਾਰ ਕਰਦੇ ਆ ਤੇ ਅੱਧੇ ਤਾਂ ਵਿਚਾਰੇ ਇਹਦੇ ਵਿੱਚ ਹੀ ਮਰ ਖੱਪ ਜਾਂਦੇ ਆ ਤੇ ਜਿਹੜੇ ਜਾਂਦੇ ਵੀ ਆ ਉੱਥੇ ਬਾਰਡਰ ਕ੍ਰਾਸ ਕਰਦੇ ਅਮਰੀਕਾ ਪੁਲਿਸ ਅਰੈਸਟ ਕਰ ਲੈਂਦੀ ਆ ਤੇ ਫਿਰ ਉਹਨਾਂ ਨੂੰ ਫਿਰ 5-6 ਮਹੀਨੇ ਜੇਲ੍ਹ ਦੇ ਵਿੱਚ ਰੱਖ ਕੇ ਅਮਰੀਕਨ ਜਿਹੜੀ ਸਰਕਾਰ ਆ ਜਾਂ ਪੁਲਿਸ ਆ ਉਹ ਡਿਪੋਰਟ ਕਰ ਦਿੰਦੀ ਆ, ਉਹ ਫਿਰ ਉੱਥੇ ਹੀ ਆ ਜਾਂਦੇ ਆ। ਸੋ
ਇਸ ਤਰ੍ਹਾਂ ਦੀਆਂ ਤੁਸੀਂ ਆਪਾਂ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਨੇ, ਠੱਗੀਆਂ ਹੁੰਦੀਆਂ ਦੇਖੀਆਂ ਨੇ। ਸੋ ਨੌਜਵਾਨਾਂ ਨੂੰ ਵੀ ਥੋੜਾ ਜਿਹਾ ਸੋਚ ਸਮਝ ਕੇ ਦੇਖਣਾ ਚਾਹੀਦਾ। ਦੇਖੋ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਪ੍ਰੋਫਾਈਲ ਹੈ ਜਿਹੜੀ ਉਹ ਕਿਸ ਤਰੀਕੇ ਦੀ ਬਣਦੀ ਹੈ। ਜੇਕਰ ਬੱਚਾ ਪੜਨ ਜਾ ਰਿਹਾ ਬਾਹਰ, ਜੇ ਉਹਦੇ ਆਈਲੈਟਸ ਦੇ ਵਿੱਚ ਹੀ ਚੰਗੇ ਨੰਬਰ ਨਹੀਂ ਆਏ ਤਾਂ ਉਹ ਸਮਝਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਏਜੰਟ ਆ ਉਹ ਤੁਹਾਡੀ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਦੂਗਾ, ਤੇ ਫਿਰ ਸੋਚ ਲੈਣਾ ਚਾਹੀਦਾ। ਸੋ ਇਸ ਕਰਕੇ ਪੀਆਰ ਵਾਲੇ ਵੀ ਬਹੁਤ ਮਾਮਲੇ ਹੁੰਦੇ ਨੇ, ਜਾਂ ਜਿਹੜੇ 2 ਨੰਬਰ ਦੇ ਵਿੱਚ ਵੀ ਬਹੁਤ ਮਾਮਲੇ ਹੁੰਦੇ ਨੇ, ਦਿਖਾ ਦਿੰਦੇ ਆ ਕਿ ਅਸੀਂ ਤੁਹਾਨੂੰ ਭੇਜ ਦਾਂਗੇ ਜੀ। 35 ਲੱਖ 40 ਲੱਖ ਵੀ ਜਿਹੜੇ ਲੋਕ ਨੇ ਉਹ ਲਾਉਣ ਨੂੰ ਤਿਆਰ ਬੈਠੇ ਨੇ। ਬਿਲਕੁਲ ਜੀ। ਕਿਉਂਕਿ ਸਿਸਟਮ ਤੋਂ ਲੋਕ ਦੁਖੀ ਨੇ। ਲੋਕਾਂ ਨੂੰ ਇਹ ਆ ਕਿ ਜੋ ਮਰਜ਼ੀ ਹੋ ਜੇ, ਜਿਹੜਾ ਸਾਡਾ ਇੱਥੇ ਦਾ ਸਿਸਟਮ ਆ ਉਹ ਨਹੀਂ ਚੇਂਜ ਹੋ ਸਕਦਾ। ਇਹ ਹੁਣ ਲੋਕ ਸੋਚਣ ਲੱਗ ਪਏ ਨੇ। ਸੋ ਇਸੇ ਕਰਕੇ ਕਿ ਜਿਹੜੇ ਚੰਗੇ ਨੌਜਵਾਨ ਨੇ ਉਹਨਾਂ ਨੂੰ ਰਾਜਨੀਤੀ ਵੱਲ ਵੀ ਆਉਣਾ ਚਾਹੀਦਾ, ਪੋਲਿਟਿਕਸ ਵੱਲ ਵੀ ਆਉਣਾ ਚਾਹੀਦਾ। ਸੋ ਜੇ ਚੰਗੇ ਚਿਹਰੇ, ਚੰਗੇ ਇਨਸਾਨ, ਚੰਗੇ ਦਿਮਾਗ ਰਾਜਨੀਤੀ ਦੇ ਵਿੱਚ ਆਉਣਗੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਲਾ ਸਮਾਜ ਦਾ ਵੀ ਹੋਊਗਾ ਤੇ ਭਲਾ ਜਿਹੜਾ ਸਿਸਟਮ ਵਿਗੜਦਾ ਜਾ ਰਿਹਾ ਉਹਦਾ ਵੀ ਹੋਊਗਾ। ਸੋ ਬੇਹੱਦ ਜ਼ਰੂਰੀ ਹੈ ਕਿ ਜਿਹੜੇ ਚੰਗੇ ਨੌਜਵਾਨ ਨੇ ਉਹਨਾਂ ਨੂੰ ਵੀ ਰਾਜਨੀਤੀ ਵੱਲ ਜ਼ਰੂਰ ਪ੍ਰੇਰਿਤ ਹੋਣਾ ਚਾਹੀਦਾ। ਜਿਵੇਂ ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਕਿ ਚੰਗੇ ਨੌਜਵਾਨਾਂ ਨੂੰ ਜਿਹੜਾ ਉਹ ਜ਼ਰੂਰ ਰਾਜਨੀਤੀ ਦੇ ਵਿੱਚ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਆਉਣਾ ਚਾਹੀਦਾ, ਤੇ ਨਾਲ ਦੀ ਨਾਲ ਇੱਕ ਹੋਰ ਅਪੀਲ ਵੀ ਹੈ ਕਿ ਜਿਹੜਾ ਵਿਅਕਤੀ ਚੰਗੇ ਕਾਰਜ ਕਰ ਰਿਹਾ ਉਸ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜੇ ਘਟੀਆ ਲੋਕ ਨੇ, ਘਟੀਆ ਚੀਜ਼ਾਂ ਨੇ ਜਾਂ ਨਿਕੰਮੇ ਲੋਕ ਕਿਸੇ ਵੀ ਤਰ੍ਹਾਂ ਦੇ ਤੁਸੀਂ ਲਾ ਸਕਦੇ ਹੋ ਕਿ ਉਹਨਾਂ ਦਾ ਜਿਹੜੇ ਉਹਨਾਂ ਨੂੰ ਡਿਫੈਂਡ ਕਰਨ ਵਾਲੇ ਵੀ ਗਿਣਤੀ ਦੇ ਵਿੱਚ ਜ਼ਿਆਦਾ ਨੇ, ਤੇ ਉਹ ਲੋਕ ਨੇ ਜਿਹੜੇ ਉਹ ਚੰਗੇ ਲੋਕਾਂ ਨੂੰ ਅੱਗੇ ਵੀ ਨਹੀਂ ਵਧਣ ਦਿੰਦੇ। ਇਸ ਕਾਰਨ ਚੰਗੇ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ। ਜ਼ਰੂਰ ਇੱਕ ਦਿਨ ਜਿਹੜਾ ਸਮਾਜ ਹੈ, ਸਿਸਟਮ ਜ਼ਰੂਰ ਬਦਲਿਆ ਜਾ ਸਕਦਾ, ਪਰ ਖੁਦ ਨੂੰ ਵੀ ਬਦਲਣਾ ਪੈਣਾ, ਖੁਦ ਨੂੰ ਕਾਬਲ ਹੋਣਾ ਪੈਣਾ, ਖੁਦ ਨੂੰ ਧਿਆਨ ਦੇਣਾ ਪੈਣਾ। ਜਿਹੜੀ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਹੈ ਤੁਹਾਨੂੰ ਜਾਂਦੇ ਜਾਂਦੇ ਹੁਣ ਉਹ ਦਿਖਾ ਦਿੰਦੇ ਆ। ਦਾ ਕੰਮ ਕਰਦਾ ਸੀ, ਆਪਾਂ ਇਹਦੇ ਥਰੂ ਬਾਹਰ ਭੇਜਿਆ, ਪਰ ਸਾਨੂੰ ਨਹੀਂ ਪਤਾ 1 ਨੰਬਰ ਦਾ ਕਹਿ ਕੇ ਇਹਨੇ 2 ਨੰਬਰ ਦੇ ਵਿੱਚ ਥਾਈਲੈਂਡ ਵਿੱਚ ਸਿਸਟਰਾਂ ਨੂੰ ਫਸਾਤਾ। ਦੀਦੀ 2 ਮਹੀਨੇ ਬਾਅਦ ਜ਼ਮਾਨਤ ਆ ਗਈ ਸੀ ਇੱਥੇ। ਜਦ 2 ਮਹੀਨੇ ਬਾਅਦ ਜ਼ਮਾਨਤ ਆਏ ਤਾਂ ਇਹਨੇ ਫਿਰ ਸਾਨੂੰ ਕਿਹਾ ਕਿ ਮੇਰੀ ਬੇਇੱਜ਼ਤੀ ਹੈ ਹੋ ਰਹੀ, ਤੁਸੀਂ ਇੱਕ ਵਾਰ ਦੁਬਾਰਾ ਇਹਨਾਂ ਨੂੰ ਭੇਜੋ। ਇਹ ਦੁਬਾਰਾ ਫਿਰ ਦੀਦੀਆਂ ਨੂੰ ਜਰਮਨ ਲੈ ਗਿਆ। ਜਰਮਨ ਖੜਨ ਤੋਂ ਬਾਅਦ ਉੱਥੇ ਕੁਝ ਕੁ ਟਾਈਮ ਦੇ ਬਾਅਦ 6-7 ਮਹੀਨੇ ਵਧੀਆ ਲੰਘੇ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਹਰਾਸਮੈਂਟ ਕਰਨਾ ਸ਼ੁਰੂ ਕਰਤਾ। ਮਤਲਬ ਕਿ ਇਹਦੀ ਨੀਤ ਖਰਾਬ ਹੋ ਗਈ, ਨੀਅਤ। ਇਹਨੇ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਸੈਕਸ਼ੂਅਲ ਹਰਾਸਮੈਂਟ ਕਰਨੀ, ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਣੀਆਂ ਉਹਨਾਂ ਦੀ ਪਰਸਨਲ ਲਾਈਫ ਦੀਆਂ, ਤੇ ਕਾਫੀ ਜ਼ਿਆਦਾ ਹਰਾਸਮੈਂਟ ਕਰਨਾ ਸ਼ੁਰੂ ਕਰਤਾ। ਘਰੇ ਆ ਕੇ ਕੁੱਟਣਾ, ਮਾਰਨਾ, ਸਮਾਨ ਕਰਨਾ। ਮੇਰੇ ਕੋਲ ਕੱਲੀ ਵੀਡੀਓ ਪਈ ਆ, ਠੀਕ ਹੈ ਜੀ। ਤੇ ਇਹਦੀ ਘਰ ਦੀ ਵੀ ਨਾਲ ਹੁੰਦੀ ਸੀ, ਤੇ ਇਹਨਾਂ ਨੇ ਉਹਨਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਪਾ ਕੇ ਸੈਕਸ਼ੂਅਲ ਹਰਾਸਮੈਂਟ ਕਰਨਾ ਸ਼ੁਰੂ ਕਰਤਾ। ਫਿਰ ਆਪਾਂ ਇਹਨਾਂ ਨੂੰ ਕਾਫੀ ਸਮਝਾਇਆ, ਤੇ ਉੱਥੇ ਫਿਰ ਸਮਾਜਿਕ ਸੰਸਥਾਵਾਂ ਸੀ, ਠੀਕ ਹੈ ਜੀ, ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਜਾਣ ਨੂੰ ਤਿਆਰ ਨਹੀਂ ਸੀ, ਫਿਰ ਜਦ ਇਹ ਉੱਥੇ ਗਿਆ, ਉੱਥੇ ਜਾ ਕੇ ਇਹਨਾਂ ਨੇ ਮਾਫੀ ਵੀ ਮੰਗੀ ਕਿ ਆਪਾਂ ਸਾਡੇ ਕੋਲ ਚਲੋ ਗਲਤੀ ਹੋ ਗਈ ਹੈ। ਉੱਥੇ ਰਾਜੀਨਾਮਾ ਵੀ ਹੋ ਗਿਆ, ਤੇ ਪੁਲਿਸ ਨੇ ਇਹਦੇ ਉੱਪਰ ਕੇਸ ਵੀ ਕੀਤਾ ਹੈ 500 ਮੀਟਰ ਦੂਰ ਰਹਿਣ ਤੋਂ ਜਰਮਨ ਪੁਲਿਸ ਨੇ। ਇਹਨੇ ਦੀਦੀ ਦੇ ਉੱਪਰ ਹਮਲਾ ਵੀ ਕੀਤਾ ਸੀ ਉੱਥੇ, ਅਟੈਂਪਟ ਟੂ ਮਰਡਰ ਦਾ। ਤੇ ਬਾਅਦ ਵਿੱਚ ਇਹ ਇੰਡੀਆ ਆਇਆ ਤਾਂ ਆਪਾਂ ਇਹਨੂੰ ਸਮਝਾਇਆ ਵੀ। ਕਦੋਂ ਆਇਆ ਸੀ ਇੰਡੀਆ? ਆ ਕੁਛ 20-25 ਦਿਨ ਪਹਿਲਾਂ। ਤੇ ਬੈਠ ਕੇ ਗੱਲਬਾਤ ਵੀ ਹੋਈ ਇਹਦੇ ਪਰਿਵਾਰ ਦੇ ਨਾਲ। ਇਹਦੇ ਚਾਚੇ ਤਾਂ ਇੱਥੇ ਰਹਿੰਦੇ ਆ, ਤੇ ਇਹਦੇ ਪਰ ਠਿੱਕੇ ਵਾਲੇ ਸਰਾਂ ਦੇ ਵਿੱਚ ਬੈਠ ਕੇ ਗੱਲਬਾਤ ਵੀ ਹੋਈ ਆ। ਤੇ ਉਦੋਂ ਸਮਝੌਤਾ ਵੀ ਚਲੋ ਹੋ ਗਿਆ, ਠੀਕ ਹੈ ਜੀ, ਤੇ ਸਮਝੌਤਾ ਵੀ ਹੋ ਗਿਆ। ਬਟ ਫਿਰ ਵੀ ਇਹਨਾਂ ਨੇ ਬਾਅਦ ਵਿੱਚ ਸਾਡੇ 'ਤੇ ਹਮਲਾ ਕੀਤਾ, ਅਟੈਕ ਕੀਤਾ। ਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਫਾਦਰ ਸਾਹਿਬ ਦੇ ਸੱਟਾਂ, ਮੇਰੇ ਸੱਟਾਂ ਲੱਗੀਆਂ ਨੇ, ਮੰਮੀਆਂ ਨੂੰ ਵੀ ਕੁੱਟਿਆ ਮਾਰਿਆ। ਘਰੇ ਆ ਕੇ ਇਹਨਾਂ ਨੇ ਵਾਰਦਾਤ ਕੀਤੀ ਹੈ। ਕਿੰਨੇ ਬੰਦੇ ਸੀ ਉਹਦੇ ਕੋਲ? ਇਹ 6 ਬੰਦੇ ਘਰੇ ਆਏ। ਕੀ ਕੁਛ ਸੀ ਉਹਨਾਂ ਦੇ ਕੋਲ? ਉਹਨਾਂ ਦੇ ਕੋਲੋਂ ਤੇਜ਼ ਹਥਿਆਰ ਸੀ, ਤਾਂ ਦਾਤਰ ਵਗੈਰਾ ਸੀ, ਸਾਰਾ ਕੁਝ ਉਹਨਾਂ ਨੇ ਉਹ ਫੜੇ ਹੋਏ ਸੀ। ਪੁਲਿਸ ਨੇ ਕਾਰਵਾਈ ਕੀਤੀ? ਪੁਲਿਸ ਨੇ ਕਾਰਵਾਈ, ਸਾਡੇ ਕੋਲ ਕੇਸ ਦਰਜ ਕਰ ਲਿਆ ਸੀ, ਠੀਕ ਹੈ ਜੀ, ਤੇ ਕੇਸ ਦਰਜ ਕਰ ਲਿਆ ਸੀ, ਪਰ ਉਹ ਬੰਦਿਆਂ ਨੂੰ ਹਲੇ ਤੱਕ ਫੜਿਆ ਨਹੀਂ ਹੈਗਾ। ਤੇ ਸਾਨੂੰ ਹਲੇ ਵੀ ਡਰ ਆ, ਕਿਉਂਕਿ ਅਸੀਂ ਇੱਥੇ ਆ, ਸਾਡਾ ਪਰਿਵਾਰ ਪਿੱਛੇ ਘਰ ਹੈ, ਕਿ ਉਹਨਾਂ ਨੇ ਕੁਛ ਹਜੇ ਵੀ ਉਹ ਸਾਨੂੰ ਬੇਖੌਫ ਧਮਕੀਆਂ ਦੇ ਰਹੇ ਨੇ। ਪ੍ਰਸ਼ਾਸਨ ਦੇ ਕੋਲੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਸੇਫ ਕੀਤਾ ਜਾਵੇ, ਤੇ ਜੋ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ। ਆਪਣੇ ਲੜਕੇ ਤੇ ਆਪਣਾ ਖੇਤਾਂ 'ਚ ਕੰਮ ਕਰ ਰਿਹਾ ਸੀ, ਜਿੱਥੇ ਰਜਿੰਦਰ ਸਿੰਘ ਤੇ ਇਹਦੇ ਪਰਿਵਾਰ ਦੇ 6 ਮੈਂਬਰਾਂ ਨੇ 'ਤੇ ਹਮਲਾ ਕੀਤਾ ਤੇ ਜ਼ਖਮੀ ਕੀਤਾ। ਤੇ ਇਹਦੇ ਆਧਾਰ 'ਤੇ ਮੁਕੱਦਮਾ ਨੰਬਰ 43 ਮਿਤੀ 30/4/21, 323, 324, 348, 148, 149 IPC ਤਹਿਤ FIR ਲੌਂਚ ਕਰ ਦਿੱਤੀ ਗਈ। ਕੋਈ ਗ੍ਰਿਫਤਾਰ ਵੀ ਕੀਤਾ ਗਿਆ ਜੀ? ਇਹਨਾਂ ਵਿੱਚ 2 ਦੋਸ਼ੀ ਆ, ਅਰਵਿੰਦਰ ਸਿੰਘ ਤੇ ਦਲਰਾਜ ਸਿੰਘ ਨੂੰ ਅਰੈਸਟ ਕਰ ਲਿਆ ਵਾ, ਤੇ ਇੱਕ ਉਸ ਸਮੇਂ ਉਹਨਾਂ ਕੋਲ ਵਰਤੇ ਦਾਤਰ ਜਿਹੜੇ ਆ ਉਹ ਬਰਾਮਦ ਕਰ ਲਏ। ਬਾਕੀਆਂ ਦੀ ਛਾਪੇਮਾਰੀ ਜਾਰੀ ਆ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਕੋਈ ਇਹਨਾਂ ਦਾ ਇਲਜ਼ਾਮ ਇਹ ਵੀ ਹੈਗਾ ਕਿ ਬਲਰਾਜ ਸਿੰਘ ਜਿਹੜਾ NRI ਆ ਉਹਦੇ ਥਰੂ ਇਹ ਕੰਮ ਹੋ ਰਿਹਾ?
ਹਾਂਜੀ, ਰਾਜਵਿੰਦਰ ਸਿੰਘ ਦਾ ਰਾਜਵਿੰਦਰ ਦਾ ਭਤੀਜਾ ਬਲਰਾਜ ਸਿੰਘ ਨੇ ਵਿਦੇਸ਼ ਜਰਮਨੀ 'ਚ ਐਲੀਗੇਸ਼ਨ ਲਾਉਂਦੇ ਵੀ ਇਹਨਾਂ ਦਾ ਪੈਸੇ ਦਾ ਲੈਣ ਦੇਣ ਜਿੱਤ ਰੰਜਿਸ਼ ਜਿਹੜੀ ਆ। ਇਹ ਆ ਜਿਹੜੀ ਗੁਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਹੈ, ਜਿਸ ਦੇ ਸੰਬੰਧੀ ਜਾਣਕਾਰੀ ਅਸੀਂ ਤੁਹਾਡੇ ਰੂਬਰੂ ਕੀਤੀ ਸੀ। ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਉਹ ਸਮਾਪਤ ਹੋ ਗਿਆ। ਜਿਹੜੀ ਹੁਣ ਮੁਲਾਕਾਤ ਹੋਣੀ ਹੈ ਉਹ ਕੱਲ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੋਵੇਗੀ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਤੇ ਇਹਦੇ ਨਾਲ ਹੀ ਮੈਨੂੰ ਵੀ ਇਜਾਜ਼ਤ ਦਿਓ ਜੀ, ਤੇ ਕੱਲ ਠੀਕ ਇਸੇ ਸਮੇਂ ਫਿਰ ਤੋਂ ਇਹੀ ਚੈਨਲ ਦੇ ਉੱਤੇ ਪ੍ਰੋਗਰਾਮ ਲਾਈਵ ਟਾਕ ਲੈ ਕੇ ਆਪ ਜੀ ਦੇ ਨਾਲ ਮੁਲਾਕਾਤ ਹੋਏਗੀ। ਸੋ ਕੱਲ ਤੱਕ ਦੇ ਲਈ ਤੁਸੀਂ ਜਿੱਥੇ ਰਹੋ ਉੱਥੇ ਅਸੀਂ ਉਮੀਦ ਕਰਦੇ ਹਾਂ ਕਿ ਸੁਰੱਖਿਅਤ ਰਹੋਗੇ। ਸੋ ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ ਜੀ। ਕੱਲ ਤੱਕ ਦੇ ਲਈ ਹੁਣ ਆਗਿਆ ਦਿਓ। ਧੰਨਵਾਦ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।